स्वागत एक बार फिर तो तुहाडा सारिਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਰਾਜਨੀਤੀ ਵਿੱਚ ਜੋ ਕੁਝ ਵੀ ਵਾਪਰਿਆ ਤੁਹਾਡੇ ਸਾਹਮਣੇ ਰੱਖੀਏ, ਚਾਹੇ ਉਹ ਸਮਾਜਿਕ ਮੁੱਦੇ ਹੁੰਦੇ ਨੇ ਜਾਂ ਫਿਰ ਰਾਜਨੀਤੀ ਦੀਆਂ ਖਬਰਾਂ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਪਸੰਦ ਵੀ ਕਰਦੇ ਹੋ। ਅੱਜ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਉਹਦੇ ਵਿੱਚ ਬਿਲਕਿਸ ਬਾਨੋ ਦਾ ਮਾਮਲਾ ਅੱਜ ਸਾਰਾ ਦਿਨ ਚਰਚਾ ਦੇ ਵਿੱਚ ਰਿਹਾ। ਮਾਮਲਾ ਤਾਂ 2002 ਤੋਂ ਚਰਚਾ ਦੇ ਵਿੱਚ ਹੈ, ਪਰ ਜਿਸ ਹਿਸਾਬ ਦੇ ਨਾਲ ਸਮੇਂ-ਸਮੇਂ ਤੇ ਸਿਆਸੀ ਲਾਹਾ ਲੈਣ ਦੇ ਲਈ ਇਸ ਮਾਮਲੇ ਨੂੰ ਲੈ ਕੇ ਸਿਆਸੀ ਪਲਟੀਆਂ ਵੱਜੀਆਂ, ਜਿਸ ਹਿਸਾਬ ਦੇ ਨਾਲ ਕਦੀ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ, ਕਦੀ ਦੇਸ਼ ਦੀ ਲਾਲ ਕਿਲੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਕਿ ਅਸੀਂ ਔਰਤਾਂ ਦੇ ਹੱਕ ਦੀ ਗੱਲ ਕਰਨੀ ਹੈ, ਤੇ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੇ ਲੋਕਾਂ ਨੂੰ, ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਛੱਡਿਆ ਜਾਂਦਾ ਤੇ ਸਵਾਲ ਬਹੁਤ ਖੜੇ ਹੁੰਦੇ ਨੇ। ਸਮੇਂ-ਸਮੇਂ ਤੇ ਕਦੀ ਪਹਿਲਾਂ ਵੀ ਸਵਾਲ ਖੜੇ ਹੋਏ ਆ। ਉਹ ਵੱਖਰੀ ਗੱਲ ਹੈ ਕਿ ਇਨਸਾਫ ਘੱਟ ਮਿਲਦਾ ਰਿਹਾ, ਚਰਚਾ ਉੱਤੇ ਵੀ ਕਰਾਂਗੇ। ਗੱਲ ਈਵੀਐਮ ਮਸ਼ੀਨਾਂ ਦੀ ਵੀ ਕਰਨੀ ਹੈ, ਕਿਉਂਕਿ ਇੱਕ ਵਾਰ ਫਿਰ ਤੋਂ ਰੌਲਾ ਪੈ ਗਿਆ ਈਵੀਐਮ ਮਸ਼ੀਨਾਂ ਨੂੰ ਲੈ ਕੇ। ਚੋਣ ਕਮਿਸ਼ਨ ਕਹਿ ਰਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਕਿ ਇਹ ਹੈਕ ਹੁੰਦੀਆਂ ਹੋਣ, ਪਰ ਸੁਪਰੀਮ ਕੋਰਟ ਦੇ ਕੁਝ ਕੁ ਵਕੀਲਾਂ ਨੇ ਜਿਸ ਹਿਸਾਬ ਨਾਲ ਦੇਸ਼ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ, ਪੂਰੇ ਮੁਲਕ ਦੇ ਵਿੱਚ ਦੁਹਾਈ ਪਈ ਹੋਈ ਹੈ। ਵਿਸ਼ਵ ਦੇ ਕਈ ਦੇਸ਼ ਈਵੀਐਮ ਦੀ ਵਰਤੋਂ ਤੇ ਰੋਕ ਲਗਾ ਚੁੱਕੇ ਨੇ, ਪਰ ਸਾਡੇ ਦੇਸ਼ ਦੇ ਵਿੱਚ ਕਿੱਧਰ ਨੂੰ ਹਾਲਾਤ ਜਾਣਗੇ, ਗੱਲ ਉੱਤੇ ਵੀ ਕਰਾਂਗੇ। ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਵੀ ਕਰਨੀ ਹੈ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਆਪਣੀ ਪਾਰਟੀ ਦੇ ਕੁਝ ਕੁ ਸਿਆਸਤਦਾਨਾਂ ਨੂੰ ਇਹ ਕਿਹਾ ਕਿ ਭਾਈ ਕਰੋ ਫਿਰ ਇਕੱਠ 10,000 ਦਾ ਦੇਖਾਂਗੇ ਉਦੋਂ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਇਕੱਠ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਨਵਜੋਤ ਸਿੰਘ ਸਿੱਧੂ ਨੂੰ ਸੁਣਨ ਲਈ ਭੀੜ ਆਉਂਦੀ ਹੈ, ਗੱਲਾਂ ਵੀ ਸੁਣਦੀ ਹੈ, ਸਵਾਦ ਵੀ ਲੈਂਦੀ ਹੈ ਗੱਲਾਂ ਦਾ, ਪਰ ਨਾਲ ਦੀ ਨਾਲ ਮੁੱਦਿਆਂ ਤੇ ਗੱਲ ਵੀ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਦੇ ਵਿੱਚ ਦਿੱਲੀ ਵਾਲੇ ਪਾਸਿਓਂ ਪੰਜਾਬ ਮਾਮਲਿਆਂ ਦੇ ਇੰਚਾਰਜ ਆਉਂਦੇ ਨੇ, ਉਹਨਾਂ ਨਾਲ ਮੁਲਾਕਾਤ ਕਰਦੇ ਆ, ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਹੈ, ਕਿਹੜੀਆਂ ਗੱਲਾਂ ਕਹੀਆਂ ਉੱਤੇ ਵੀ ਗੱਲਬਾਤ ਕਰਾਂਗੇ। ਕਿਸਾਨ ਫਿਰ ਦੋ ਫੜ ਹੋ ਗਏ ਆ, ਚਰਚਾਵਾਂ ਚੱਲਦੀਆਂ, ਇੱਕ ਪਾਸੇ ਚੰਡੀਗੜ੍ਹ 'ਚ ਮੋਰਚਾ ਲੱਗਣਾ, ਦੂਜੇ ਪਾਸੇ ਦਿੱਲੀ ਜਾਣ ਦੀ ਤਿਆਰੀ ਹੈ, ਤੀਸਰੀ ਧਿਰ ਕਹਿੰਦੀ ਅਸੀਂ ਕਿਸੇ ਨਾਲ ਨਹੀਂ, ਸਾਨੂੰ ਕੋਈ ਮਤਲਬ ਨਹੀਂ, ਦੇਖਾਂਗੇ ਆਉਣ ਵਾਲੇ ਸਮੇਂ 'ਚ ਕੀ ਫੈਸਲਾ ਲੈਣਾ। ਤੇ ਗੱਲ ਅੱਜ ਚਾਈਨਾ ਡੋਰ ਦੀ ਵੀ ਕਰਨੀ ਹੈ, ਕਿਉਂਕਿ ਪਾਬੰਦੀ ਲਗਾਉਣ ਦੀ ਗੱਲ ਕਹੀ ਜਾਂਦੀ ਹੈ, ਪਰ ਅਜੇ ਤੱਕ ਪਾਬੰਦੀਆਂ ਲੱਗਦੀਆਂ ਦਿਖਾਈ ਨਹੀਂ ਦਿੰਦੀਆਂ। ਬਹੁਤ ਸਾਰਾ ਰੌਲਾ ਪੈ ਰਿਹਾ ਹੈ, ਬਹੁਤ ਸਾਰੇ ਲੋਕਾਂ ਦੇ ਉੱਪਰ ਕਹਿ ਸਕਦੇ ਹਾਂ ਕਿ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਕੀਤੇ ਨਹੀਂ ਜਾ ਰਹੇ, ਲੋਕ ਜ਼ਖਮੀ ਹੋ ਰਹੇ ਨੇ। ਸ਼ੁਰੂਆਤ ਬਿਲਕਿਸ ਬਾਨੋ ਕੇਸ ਤੋਂ ਕਰਦੇ ਹਾਂ। ਅੱਜ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ, ਫੈਸਲਾ ਇਤਿਹਾਸਿਕ ਮੰਨਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਬਿਲਕਿਸ ਬਾਨੋ ਦੇ ਮਾਮਲੇ ਦੇ ਵਿੱਚ ਜਿਸ ਹਿਸਾਬ ਦੇ ਨਾਲ 11 ਦੋਸ਼ੀਆਂ ਨੂੰ ਮਾਫ ਕਰ ਦਿੱਤਾ ਗਿਆ ਸੀ ਉਹਨਾਂ ਦੀ ਸਜ਼ਾ ਨੂੰ, ਤੇ ਉਸ ਵੇਲੇ ਚੋਣਾਂ ਤੋਂ ਪਹਿਲਾਂ ਚੁੱਕਿਆ ਗਿਆ ਇਹ ਕਦਮ ਦੱਸਦਾ ਸੀ ਕਿ ਕਿਤੇ ਨਾ ਕਿਤੇ ਵੋਟਾਂ ਨਾ ਟੁੱਟ ਜਾਣ, ਇਸ ਕਰਕੇ ਇਹ ਫੈਸਲਾ ਦਿੱਤਾ ਗਿਆ। ਦੋਸ਼ ਬਹੁਤ ਲੱਗੇ। ਮਾਮਲਾ 27 ਫਰਵਰੀ 2002 ਦਾ, ਜਦੋਂ ਅਯੁੱਧਿਆ ਤੋਂ ਗੋਧਰਾ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 2 ਡੱਬਿਆਂ ਨੂੰ ਸਾੜ ਦਿੱਤਾ ਗਿਆ। 2 ਡੱਬੇ ਜਦੋਂ ਸਾੜੇ ਸੀ ਤਾਂ 59 ਤੀਰਥ ਯਾਤਰੀ ਉਹਨਾਂ ਦੀ ਮੌਤ ਹੋ ਗਈ। ਜਾਂਚ ਚੱਲੀ, ਜਾਂਚ ਅੱਗੇ ਵੱਲ ਵਧੀ। ਇਹ ਦੰਗੇ ਸੀ ਇੱਕ ਹਿਸਾਬ ਦੇ ਨਾਲ, ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਕਤਲ ਕੀਤੇ ਗਏ, ਮੌਤਾਂ ਹੋਈਆਂ, ਅਦਾਲਤਾਂ ਦੇ ਵਿੱਚ ਕੇਸ ਗਏ, ਪਰ ਇੱਕ ਵਿਸ਼ੇਸ਼ ਭਾਈਚਾਰੇ ਨੂੰ ਬਚਾਉਣ ਲਈ ਤੇ ਇੱਕ ਵਿਸ਼ੇਸ਼ ਭਾਈਚਾਰੇ ਉੱਤੇ ਕੀਤੇ ਗਏ ਕਤਲ ਨੂੰ ਲੈ ਕੇ ਸਵਾਲ ਬਹੁਤ ਖੜੇ ਹੋਏ, ਪਰ ਬਣਿਆ ਕੁਛ ਨਹੀਂ। 3 ਮਾਰਚ 2002 ਨੂੰ ਬਿਲਕਿਸ ਬਾਨੋ ਦੇ ਪਰਿਵਾਰ ਤੇ ਹਮਲਾ ਹੁੰਦਾ ਹੈ। 5 ਮਹੀਨੇ ਦੀ ਉਹ ਗਰਭਵਤੀ ਸੀ। ਲੁਕ ਕੇ ਖੇਤਾਂ ਦੇ ਵਿੱਚ ਰਹਿਣਾ ਪਿਆ। ਖੇਤਾਂ ਦੇ ਵਿੱਚ ਜਾ ਕੇ ਉੱਥੇ ਜਦੋਂ ਉਹਨਾਂ ਲੋਕਾਂ ਨੇ ਹਮਲਾ ਕੀਤਾ ਤੇ ਉਸ ਹਮਲੇ ਦੇ ਵਿੱਚ 14 ਮੈਂਬਰ ਸੀ ਪਰਿਵਾਰ ਦੇ ਜਿਹਨਾਂ ਦਾ ਕਤਲ ਹੋਇਆ। ਕੁੱਲ ਮਿਲਾ ਕੇ 17 ਮੈਂਬਰ ਦੱਸੇ ਜਾ ਰਹੇ ਸੀ ਤੇ 3 ਮੈਂਬਰ ਬਚੇ। ਵੈਸੇ ਚਰਚਾ 4 ਦੀ ਵੀ ਰਹੀ ਹੈ, ਇੱਕ ਬੱਚਾ ਵੀ ਸੀ, ਪਰ ਕਹਿੰਦੇ ਕਿ 5 ਮਹੀਨੇ ਦੀ ਪ੍ਰੈਗਨੈਂਟ ਬਿਲਕਿਸ ਬਾਨੋ ਦੇ ਨਾਲ ਉਸ ਵੇਲੇ ਗੈਂਗਰੇਪ ਕੀਤਾ ਗਿਆ। ਕਿਹਨਾਂ ਹਾਲਾਤਾਂ ਦੇ ਵਿੱਚੋਂ, ਕਿਹਨਾਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਕੇ ਉਹ ਪਰਿਵਾਰ ਬਚਿਆ, ਇਹ ਸਭ ਨੂੰ ਪਤਾ ਹੈ। ਬਹੁਤ ਸਾਰੀਆਂ ਗੱਲਾਂ ਕੀਤੀਆਂ ਵੀ ਨਹੀਂ ਜਾ ਸਕਦੀਆਂ, ਪਰ 15 ਲੋਕਾਂ ਦੀ ਹੱਤਿਆ ਕਰਨਾ ਤਾਂ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਹੈ ਨਾ। ਪਰਿਵਾਰ ਖਤਮ ਹੋ ਗਿਆ। 2002-03 ਦੇ ਵਿੱਚ ਸਬੂਤ ਨਹੀਂ ਮਿਲੇ ਕਹਿੰਦੇ ਉੱਥੇ ਕਿਸੇ ਨੂੰ ਵੀ, ਇਸ ਕਰਕੇ ਇਹ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ। ਪਰ ਦਸੰਬਰ 2003 ਦੇ ਵਿੱਚ ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਸਬੂਤ ਕਿਉਂ ਨਹੀਂ ਮਿਲੇ? ਸਾਰਾ ਕੁਝ ਤਾਂ ਲੋਕਾਂ ਦੀ ਨਜ਼ਰ ਦੇ ਸਾਹਮਣੇ ਹੋਇਆ, ਗਵਾਹ ਕਿੱਥੇ ਸੀ? ਇਹ ਸਾਰੀਆਂ ਗੱਲਾਂ ਉਸ ਵੇਲੇ ਪੁੱਛੀਆਂ ਗਈਆਂ ਤੇ ਸੀਬੀਆਈ ਨੂੰ ਜਾਂਚ ਕਰਨ ਲਈ ਬਾਅਦ ਵਿੱਚ ਹੁਕਮ ਦਿੱਤਾ ਗਿਆ। ਜਨਵਰੀ 2004 ਦੇ ਵਿੱਚ ਸੀਬੀਆਈ ਨੇ ਸਾਰੇ ਜਿਹੜੇ ਉਸ ਵੇਲੇ ਸ਼ੱਕੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਮਾਮਲਾ ਅੱਗੇ ਵੱਲ ਵਧਿਆ। ਅਗਸਤ 2004 ਦੇ ਵਿੱਚ ਬਿਲਕਿਸ ਬਾਨੋ ਨੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਗੱਲ ਕਹੀ, ਗਵਾਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਦਾ ਚੁੱਕਿਆ, ਜਿਸ ਤੋਂ ਬਾਅਦ ਹਾਈ ਕੋਰਟ ਨੇ ਕੇਸ ਨੂੰ ਅਹਿਮਦਾਬਾਦ ਤੋਂ ਬੰਬੇ ਹਾਈ ਕੋਰਟ ਦੇ ਵਿੱਚ ਟ੍ਰਾਂਸਫਰ ਕੀਤਾ,
2002 ਤੋਂ ਲੈ ਕੇ 2004 ਤੱਕ ਮਾਮਲਾ ਚੱਲਿਆ, ਸਬੂਤ ਕਿਸੇ ਤਰ੍ਹਾਂ ਦੇ ਕੋਈ ਮਿਲੇ ਨਹੀਂ। ਲੱਗਦਾ ਪਿਆ ਸੀ ਸਿਖਰ ਦੀ ਅਦਾਲਤ ਨੂੰ ਕਿ ਇਹਦੇ ਵਿੱਚ ਕੋਈ ਜਾਂਚ ਨਹੀਂ ਹੋਣੀ, ਇਸ ਕਰਕੇ ਇਹ ਬੰਬੇ ਦੇ ਵਿੱਚ ਕੇਸ ਸ਼ਿਫਟ ਕਰ ਦਿੱਤਾ ਗਿਆ। ਉੱਥੇ ਅਦਾਲਤ ਨੇ ਕਿਹਾ ਕਿ ਇਹ ਬਹੁਤ ਵੱਡਾ ਜ਼ੁਰਮ ਹੈ, ਇਹ ਬਹੁਤ ਵੱਡਾ ਪਾਪ ਹੈ, ਇਹ ਛੋਟੀ ਮੋਟੀ ਗੱਲ ਨਹੀਂ ਗੀ, ਪਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ। ਕੇਸ ਅੱਗੇ ਵੱਲ ਵਧਿਆ, ਦੋਸ਼ੀ ਕਰਾਰ ਦਿੱਤਾ ਗਿਆ 11 ਜਣਿਆਂ ਨੂੰ, ਤੇ ਉਸ ਵੇਲੇ 11 ਜਣਿਆਂ ਨੂੰ ਹੀ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ। ਇਸ ਫੈਸਲੇ ਨਾਲ ਜਿਹੜੇ ਦੋਸ਼ੀ ਸੀਗੇ, ਜਿਨ੍ਹਾਂ ਤੇ ਦੋਸ਼ ਲੱਗਾ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਫਿਰ ਉਸ ਤੋਂ ਬਾਅਦ ਮਾਮਲਾ ਅੱਗੇ ਵੱਲ ਵਧਿਆ। 2017 ਦੇ ਵਿੱਚ ਜਾਂਦੇ ਹਾਈ ਕੋਰਟ ਨੇ ਫਿਰ ਕਹਿਤਾ ਕਿ ਜਿਹੜੀ ਇਹ ਸਜ਼ਾ ਬਿਲਕੁਲ ਸਹੀ ਹੈ, ਇਹਦੇ ਵਿੱਚ ਕੁਝ ਵੀ ਗਲਤ ਨਹੀਂਗਾ, ਪਰ ਅਸੀਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਜੋ ਸੁਣਾਈ ਹੈ ਉਸੇ ਫੈਸਲੇ ਤੇ ਫੈਸਲਾ ਰਾਖਵਾ ਰੱਖਦੇ ਹਾਂ। ਬਣਿਆ ਕੁਛ ਨਹੀਂ, ਮਾਮਲਾ ਅੱਗੇ ਵੱਲ ਵਧਿਆ। 3 ਨਵੰਬਰ 2022 ਨੂੰ ਬਿਲਕਿਸ ਬਾਨੋ ਨੇ 11 ਦੋਸ਼ੀਆਂ ਦੀ ਰਿਹਾਈ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ। ਕਿਉਂਕਿ ਇਸ ਤੋਂ ਪਹਿਲਾਂ 15 ਅਗਸਤ 2022 ਨੂੰ ਗੁਜਰਾਤ ਸਰਕਾਰ ਨੇ ਇਹ ਕਹਿ ਕੇ ਕਿ ਇਹਨਾਂ ਦੋਸ਼ੀਆਂ ਦਾ ਵਤੀਰਾ ਜੇਲ੍ਹ ਦੇ ਵਿੱਚ ਬਹੁਤ ਵਧੀਆ, ਵਿਵਹਾਰ ਬਹੁਤ ਸੋਹਣਾ, ਇਸ ਕਰਕੇ ਇਹਨਾਂ ਨੂੰ ਰਿਹਾ ਕੀਤਾ ਜਾਂਦਾ, ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਰੌਲਾ ਤਾਂ ਸੁਭਾਵਿਕ ਸੀ, ਪੈਣਾ ਹੀ ਪੈਣਾ। ਬਾਅਦ ਦੇ ਵਿੱਚ ਮਾਮਲਾ ਅੱਗੇ ਵੱਲ ਵਧਿਆ ਤੇ ਫਿਰ ਜਾ ਕੇ ਸਿਖਰਲੀ ਅਦਾਲਤ ਵਿੱਚ ਜਦੋਂ ਗੱਲ ਕਹੀ ਤਾਂ ਅਦਾਲਤ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਸੁਣਵਾਈ ਕੀਤੀ ਹੈ। ਫਿਰ ਅੱਜ ਜਦੋਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਆਈਆਂ, ਸਿਖਰਲੀ ਅਦਾਲਤ ਕਿਹਾ ਕਿ ਇਹ ਜ਼ੁਰਮ ਹੈ, ਇਹ ਚੰਗੀ ਗੱਲ ਨਹੀਂ। ਅਦਾਲਤਾਂ ਦੇ ਉੱਪਰੋਂ ਲੋਕਾਂ ਦਾ ਵਿਸ਼ਵਾਸ ਉੱਠਦਾ, ਇਸ ਕਰਕੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਸਕਦਾ, ਕਿਸੇ ਦੇ ਵੀ ਗੁਨਾਹਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ। ਸੁਪਰੀਮ ਕੋਰਟ ਨੇ ਕਿਉਂ ਕਿਹਾ ਕਿ ਗੁਜਰਾਤ ਸਰਕਾਰ ਨੂੰ ਮਾਫੀ ਦਾ ਅਧਿਕਾਰ ਨਹੀਂ ਹੈ? ਇਹ ਗੱਲਾਂ ਅੱਜ ਬਹੁਤ ਚਰਚਾ ਦਾ ਵਿਸ਼ਾ ਰਹੀਆਂ। ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਯਾਨੀ ਕਿ CRPC ਦੀ ਧਾਰਾ 432 ਦੇ ਤਹਿਤ ਸਰਕਾਰ ਕਿਸੇ ਅਪਰਾਧੀ ਦੀ ਸਜ਼ਾ ਨੂੰ ਮੁਅੱਤਲ ਕਰ ਸਕਦੀ ਹੈ ਜਾਂ ਇਹਦੇ ਕੁਝ ਹਿੱਸੇ ਮੁਆਫ ਕਰ ਸਕਦੀ ਹੈ। ਇਸ ਦੀ ਵਰਤੋਂ ਕਰਦੇ ਹੋਏ ਗੁਜਰਾਤ ਸਰਕਾਰ ਨੇ ਬਿਲਕਿਸ ਬਾਨੋ ਦੇ 11 ਦੋਸ਼ੀਆਂ ਨੂੰ ਰਿਹਾ ਕੀਤਾ। ਇੱਕ ਤਾਂ ਇਹ ਗੱਲ ਹੈ। 8 ਜਨਵਰੀ ਨੂੰ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ CRPC ਦੀ ਧਾਰਾ 432 ਦੀ ਵਿਵਸਥਾ ਵੱਲ ਧਿਆਨ ਖਿੱਚਿਆ, ਜਿਸ 'ਚ ਕਿਹਾ ਗਿਆ ਕਿ ਉੱਚੀ ਸਰਕਾਰ ਨੂੰ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਤੋਂ ਜਲਦੀ ਰਿਹਾਈ ਲਈ ਅਰਜੀ ਤੇ ਰਾਏ ਲੈਣੀ ਚਾਹੀਦੀ ਹੈ। ਮਾਮਲਾ ਅੱਗੇ ਵੱਲ ਇਸੇ ਤਰ੍ਹਾਂ ਵਧਿਆ ਤਾਂ ਫਿਰ ਇਹ ਪਤਾ ਲੱਗਾ ਕਿ ਇਹਦੇ ਨਾਲ ਤਾਂ ਸਾਰਾ ਕੁਝ ਗਲਤ ਹੋ ਰਿਹਾ ਹੈ, ਲੋਕਾਂ ਦਾ ਯਕੀਨ ਉੱਡ ਰਿਹਾ ਹੈ। ਲੋਕਾਂ ਦਾ ਯਕੀਨ ਪਹਿਲਾਂ ਵੀ ਉੱਡਿਆ ਸੀ। 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਇਹ ਗੱਲ ਕਹਿੰਦੇ ਨੇ ਕਿ ਭਾਈ ਔਰਤਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ, ਤਾਂ ਉਸ ਵੇਲੇ ਨਾਰੀ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਜਦੋਂ ਇਹ ਗੱਲ ਕਹੀ ਜਾ ਰਹੀ ਸੀ ਤੇ 1 ਸਾਲ ਪਹਿਲਾਂ ਹੀ ਇਹ ਮਾਮਲਾ ਸਾਹਮਣੇ ਆਇਆ, ਕਿਸੇ ਨੇ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ? ਗੁਜਰਾਤ ਤੋਂ ਆਉਣ ਵਾਲੇ ਖਾਸ ਕਰ ਉਹ ਸਿਆਸਤਦਾਨ ਜਿਨ੍ਹਾਂ ਨੇ ਇਸ ਮਾਮਲੇ ਵੱਲ ਬਿਲਕੁਲ ਵੀ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਵੀ ਕੋਈ ਬਿਆਨ ਨਹੀਂ ਦਿੱਤਾ, ਕਿਉਂ ਚੁੱਪੀ ਧਾਰੀ ਗਈ? ਲੋਕ ਪੁੱਛਦੇ ਆ। ਜਦ ਕਿ ਜਦੋਂ ਇਹ ਮਾਮਲਾ ਬੰਬੇ ਵਿੱਚ ਗਿਆ ਸੀ ਤਾਂ ਉੱਥੋਂ ਦੇ ਕਈ ਉੱਚ ਅਧਿਕਾਰੀਆਂ ਨੇ, ਕਈ ਸਿਆਸਤਦਾਨਾਂ ਨੇ, ਕਈ ਕਾਨੂੰਨੀ ਮਾਹਰਾਂ ਨੇ ਇਹ ਗੱਲ ਕਹੀ ਕਿ ਇਹਨਾਂ ਨੂੰ ਰਿਹਾਈ ਮਿਲ ਕਿੱਦਾਂ ਗਈ ਹੈ। CBI ਦੇ ਅਧਿਕਾਰੀ ਨੇ ਕਿਹਾ ਸੀ ਕਿ ਇਹ ਕੋਈ ਆਮ ਗੱਲ ਨਹੀਂ ਗੀ, ਇਹ ਖੌਫਨਾਕ ਮੰਜ਼ਰ ਹੈ ਕਿ ਬਿਲਕਿਸ ਬਾਨੋ ਦੇ ਮੂਹਰੇ ਹੀ ਉਹਦੀ ਧੀ ਦਾ ਸਿਰ ਫਰਸ਼ ਤੇ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ, ਛੋਟੇ ਬੱਚਿਆਂ ਦਾ ਕਤਲ ਕਰ ਦੇਣਾ, ਗਰਭਵਤੀ ਸੀ ਉਹਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਜਿਹਦੇ ਕਰਕੇ ਸਮਾਜ ਨੂੰ ਝੁਕਣਾ ਪਵੇ, ਇਹ ਕੋਈ ਆਮ ਗੱਲ ਨਹੀਂ ਸੀ। ਉਸੇ ਵੇਲੇ ਸਪੈਸ਼ਲ ਸਿਵਲ ਜੱਜ ਨੇ ਕਿਹਾ ਸੀ ਕਿ ਪੀੜਤ ਨਾਲ ਕੋਈ ਦੁਸ਼ਮਣੀ ਨਹੀਂ ਸੀ, ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦੋਸਤੀ ਸੀ, ਪਰ ਸਿਰਫ ਇਸ ਕਰਕੇ ਕਿ ਉਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀ, ਐਡੀ ਭੈੜੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਇਹ ਉਸ ਵੇਲੇ ਦੇ ਸਪੈਸ਼ਲ ਸਿਵਲ ਜੱਜ ਨੇ ਗੱਲ ਕਹੀ ਹੈ। ਤੇ ਉਸ ਤੋਂ ਪਹਿਲਾਂ ਜਦੋਂ SP ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹ ਮਾਮਲਾ CBI ਨੂੰ ਦੇਣਾ ਚਾਹੀਦਾ, ਕਿਉਂਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਜਾਣਬੁੱਝ ਕੇ ਕੀਤਾ ਜਾ ਰਿਹਾ, ਇੱਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ। ਜਦੋਂ ਇੰਨਾ ਕੁਝ ਸਾਹਮਣੇ ਸੀ ਤਾਂ ਫਿਰ ਬਿਲਕਿਸ ਬਾਨੋ ਕੇਸ ਦੇ ਵਿੱਚ ਸੁਣਵਾਈ ਤੋਂ ਦਰਕਿਨਾਰ ਕਿਉਂ ਕੀਤਾ ਗਿਆ? ਜਸਟਿਸ ਨਾਗਰਤਨਾ ਉਹਨਾਂ ਨੇ ਕਿਹਾ ਕਿ ਅਸੀਂ ਮੂਲ ਰਿਕਾਰਡ ਦਾ ਅਧਿਐਨ ਕੀਤਾ ਜੋ ਕਿ ਅੰਗਰੇਜ਼ੀ ਅਨੁਵਾਦ ਹੈ ਤੇ ਕਾਫੀ ਸਾਰੇ ਹੁਕਮ ਕਿਸੇ ਪਿਟੇ ਨੇ, ਕਾਫੀ ਸਾਰੇ ਜੋ ਵੀ ਇਹਦੇ ਵਿੱਚ ਹੈਗਾ ਮਾਫੀਨਾਮਾ ਵੀ ਜਿਹੜਾ ਲਿਖਿਆ ਉਹ ਬਹੁਤ ਘਿਸਿਆ ਪਿਟਿਆ, ਤੇ ਕਿਸ ਹਿਸਾਬ ਦੇ ਨਾਲ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀ, ਕਿਸ ਹਿਸਾਬ ਦੇ ਨਾਲ ਇਹਨਾਂ ਨੂੰ ਰਿਹਾ ਕੀਤਾ ਗਿਆ। ਅੱਜ ਸਵਾਲ ਬਹੁਤ ਵੱਡੇ ਖੜੇ ਹੋ ਰਹੇ ਨੇ, ਦੇਸ਼ ਦੀ ਕਾਨੂੰਨ ਵਿਵਸਥਾ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ। ਹਾਲਾਂਕਿ ਸਿਖਰਲੀ ਅਦਾਲਤ ਨੇ ਸੂਬਿਆਂ ਦੀਆਂ ਸਰਕਾਰਾਂ ਨੇ ਤੈਅ ਕਰਨਾ, ਪਰ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਕਿੰਨੇ ਅਧਿਕਾਰ ਦਿੱਤਾ? ਕਮਾਲ ਦੀ ਗੱਲ ਇਹ ਹੈ ਕਿ ਜਿਸ ਸ਼ਖਸ, ਇਹਨਾਂ ਦੇ ਵਿੱਚੋਂ ਜਿਹੜੇ ਸ਼ਖਸ ਸੀਗੇ 11 ਜਣੇ, ਉਹਨਾਂ ਦੇ ਵਿੱਚੋਂ 2 ਜਣੇ ਉਹ ਜਿਨ੍ਹਾਂ ਨੂੰ ਭਾਜਪਾ ਦੀ ਸਟੇਜ ਦੇ ਉੱਤੇ ਬਿਠਾ ਕੇ ਸਨਮਾਨ ਦਿੱਤਾ ਗਿਆ। ਭਾਜਪਾ ਦੇ ਇੱਕ MLA ਜਿਹੜੇ ਆਪਣੇ ਪ੍ਰੋਗਰਾਮ ਉਹਨਾਂ ਨੇ ਰੱਖਿਆ ਤੇ ਉਹਦੇ ਵਿੱਚ ਇਸ ਸ਼ਖਸ ਨੂੰ ਬੁਲਾ ਕੇ ਇੱਕ ਸਨਮਾਨ ਦਿੱਤਾ ਗਿਆ, ਦਿਖਾਇਆ ਗਿਆ ਕਿ ਇਹਨਾਂ ਨੇ ਨੀਚ ਕੰਮ ਕੀਤਾ ਤੇ ਅਸੀਂ ਇਹਨਾਂ ਨੂੰ ਸਨਮਾਨ ਕਰ ਰਹੇ ਹਾਂ ਸਟੇਜ ਤੇ ਬਿਠਾ ਕੇ।
ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਸੀ। ਅੱਜ ਇਸ ਮਾਮਲੇ ਵਿੱਚ ਫੈਸਲਾ ਆਇਆ, ਇਤਿਹਾਸਿਕ ਫੈਸਲਾ ਮੰਨਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰ ਕਹਿੰਦੇ ਕਿ 2019 ਦੇ ਵਿੱਚ ਗੁਜਰਾਤ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 50 ਲੱਖ ਰੁਪਈਆ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਵੇਗਾ। ਇਹ ਵੀ ਗੱਲ ਕਹੀ ਕਿ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ, ਕੁਛ ਨਹੀਂ ਦਿੱਤਾ। ਉਹ ਬਿਲਕਿਸ ਬਾਨੋ ਜਿਹੜੀ ਕਹਿ ਰਹੀ ਹੈ ਕਿ 15 ਵਾਰ ਹੁਣ ਤੱਕ ਘਰ ਬਦਲਣਾ ਪੈ ਗਿਆ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਵੀ ਨਹੀਂ ਦਿੱਤੀ ਗਈ। ਅੱਜ ਉਸ ਮਾਮਲੇ ਦੇ ਵਿੱਚ ਇਤਿਹਾਸਿਕ ਫੈਸਲਾ ਆਇਆ ਲੱਗਦਾ ਹੈ। ਅੱਜ ਸਿਖਰਲੀ ਅਦਾਲਤ ਨੇ ਜਿਹੜੀ ਗੱਲ ਕਹੀ ਹੈ ਕਿ ਅਸੀਂ ਇਹਨਾਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਿਹੜੀ ਰਿਹਾਈ ਮਿਲੀ ਹੈ ਉਹ ਰੱਦ ਕਰਦੇ ਹਾਂ। ਇਹਨਾਂ ਨੂੰ ਫਿਰ ਤੋਂ 1 ਹਫ਼ਤੇ ਦੇ ਵਿੱਚ ਸਾਰਾ ਜੋ ਵੀ ਸਮਾਂ ਦਿੱਤਾ ਸਰੈਂਡਰ ਕੀਤਾ ਜਾਵੇ। ਇਹਨਾਂ ਨੂੰ ਕਿਹਾ ਕਿ ਬਾਅਦ ਦੇ ਵਿੱਚ ਫਿਰ ਗ੍ਰਿਫਤਾਰ ਕੀਤਾ ਜਾਵੇ। ਇਹ ਜਿਹੜੀਆਂ ਗੱਲਾਂ ਸਿਖਰਲੀ ਅਦਾਲਤ ਨੇ ਕਹੀਆਂ ਨੇ, ਲੋਕਾਂ ਦਾ ਲੱਗਦਾ ਪਿਆ ਕਿ ਥੋੜ੍ਹਾ ਜਿਹਾ ਵਿਸ਼ਵਾਸ ਕਾਨੂੰਨ ਤੇ ਫਿਰ ਹੋ ਸਕਦਾ ਹੈ। ਬਿਲਕਿਸ ਬਾਨੋ ਦਾ ਉਹ ਪਰਿਵਾਰ ਜਿਹੜਾ ਇਸ ਤਰਾਸਦੀ ਦੇ ਵਿੱਚੋਂ ਨਿਕਲਿਆ, ਜਿਨ੍ਹਾਂ ਨੇ ਦੁੱਖ ਕੱਟੇ, ਜਿਨ੍ਹਾਂ ਨੇ ਦੇਖਿਆ ਕਿ ਸਾਡੇ ਨਾਲ ਇੰਨਾ ਧੱਕਾ ਹੋਇਆ, ਸ਼ਾਇਦ ਅੱਜ ਇਨਸਾਫ ਦੀ ਥੋੜ੍ਹੀ ਜਿਹੀ ਆਸ ਫਿਰ ਵੱਜੀ ਹੈ। ਜਿਨ੍ਹਾਂ ਨੂੰ ਇਹ ਕਹਿ ਕੇ ਕਿ ਸਮਾਜ ਦੇ ਵਿੱਚ ਇਹਨਾਂ ਨੇ ਕੁਝ ਬੁਰਾ ਨਹੀਂ ਕੀਤਾ, ਜੇਲ੍ਹ ਦੇ ਵਿੱਚ ਇਹਨਾਂ ਦਾ ਵਤੀਰਾ ਵਿਵਹਾਰ ਵਧੀਆ ਸੀ, ਇਸ ਕਰਕੇ ਇਹਨਾਂ ਨੂੰ ਰਿਹਾ ਕੀਤਾ। ਅੱਜ ਉਸ ਮਾਮਲੇ ਵਿੱਚ ਸਿਖਰਲੀ ਅਦਾਲਤ ਨੇ ਦਖਲਅੰਦਾਜ਼ੀ ਕਰਕੇ ਫਿਰ ਦੁਬਾਰਾ ਤੋਂ ਜੇਲ੍ਹ ਦੇ ਅੰਦਰ ਭੇਜਣ ਦੀ ਗੱਲ ਕਹੀ ਹੈ। ਫੈਸਲਾ ਪਹਿਲੀ ਨਜ਼ਰੇ ਚੰਗਾ ਲੱਗਦਾ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਨਾਲ ਸਾਥ ਦੇ ਰਹੇ ਸੀ, ਸ਼ਾਇਦ ਉਹਨਾਂ ਲਈ ਇਹ ਚੰਗਾ ਨਾ ਮੰਨਿਆ ਜਾਵੇ। ਪਰ ਇੱਕ ਪੀੜਤ ਪਰਿਵਾਰ, ਉਹ ਲੋਕ ਜਿਹਦਾ ਸਾਰਾ ਟੱਬਰ ਹੀ ਖਤਮ ਹੋ ਗਿਆ, 15 ਜਣਿਆਂ ਦਾ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਉਹ ਜ਼ਰੂਰ ਅੱਜ ਖੁਸ਼ ਨਜ਼ਰ ਆਉਣਗੇ। ਪਰ ਦੁੱਖ, ਪੀੜਾ, ਦਰਦ, ਜ਼ਖਮ ਹਮੇਸ਼ਾ ਉਹਨਾਂ ਦੇ ਦਿਲ ਵਿੱਚ ਹਰੇ ਰਹਿਣਗੇ। EVM ਨੂੰ ਲੈ ਕੇ ਇੱਕ ਵਾਰ ਫਿਰ ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਸ ਰੌਲੇ ਦਾ ਪੈਣਾ ਚੰਗਾ ਨਹੀਂ ਸਮਝਿਆ ਜਾ ਰਿਹਾ। ਕੋਈ ਕਹਿ ਰਿਹਾ ਕਿ EVM ਦੇ ਵਿੱਚ ਗੜਬੜੀ ਹੋ ਸਕਦੀ ਹੈ। ਚੋਣ ਕਮਿਸ਼ਨ ਕਹਿੰਦਾ ਇੱਦਾਂ ਦੀ ਕੋਈ ਗੱਲ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੁੰਦਾ ਪਿਆ, ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੁੰਦੀ ਪਈ, ਸਹੀ ਤਰੀਕੇ ਨਾਲ ਚੋਣਾਂ ਅਸੀਂ ਕਰਵਾ ਰਹੇ ਹਾਂ। ਤੁਸੀਂ ਕਹਿੰਦੇ ਦੇਖ ਲਓ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਜਿੱਤੀ, ਰੌਲਾ ਹੀ ਨਹੀਂ ਪਿਆ। ਫਿਰ ਕਹਿੰਦੇ ਤੇਲੰਗਾਨਾ ਦੇ ਵਿੱਚ ਜਿੱਤ ਹਾਸਲ ਕੀਤੀ, ਉਸ ਵੇਲੇ ਵੀ ਨਹੀਂ ਕੋਈ ਬੋਲਿਆ। ਪਰ ਜਦੋਂ 2024 ਦੀਆਂ ਚੋਣਾਂ ਆਉਂਦੀਆਂ ਨੇ ਜਾਂ ਜਿੱਥੇ ਭਾਜਪਾ ਜਿੱਤਦੀ ਹੈ, ਉੱਥੇ EVM ਦਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਗੱਲ ਤਾਂ ਠੀਕ ਲੱਗਦੀ ਹੈ, ਪਰ ਬਹੁਤ ਸਾਰੇ ਸਵਾਲ ਹੈ ਜੋ ਇਸ ਵੇਲੇ ਖੜੇ ਹੋ ਰਹੇ ਨੇ। ਸਿਖਰਲੀ ਅਦਾਲਤ ਇਸ ਮਾਮਲੇ ਵਿੱਚ ਅਜੇ ਤੱਕ ਕੁਛ ਨਹੀਂ ਬੋਲਦੀ ਪਈ, ਪਰ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਚੋਣਾਂ ਸਹੀ ਤਰੀਕੇ ਨਾਲ ਕਰਵਾ ਰਹੇ ਹਾਂ। ਹੁਣ EVM ਦੇ ਸੰਬੰਧੀ ਜਿਹੜਾ ਕਹਿੰਦੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਕੁਝ ਅਕਾਊਂਟਸ ਦੇ ਉੱਪਰ, ਇਹਨੂੰ ਲੈ ਕੇ ਵਿਵਾਦ ਖੜੇ ਹੋ ਰਹੇ ਨੇ। EVM ਦੇ ਬਾਰੇ ਗਲਤ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਮਸ਼ੀਨਾਂ ਦੀ ਗੜਬੜੀ ਹੁੰਦੀ ਹੈ, ਇਹਦੇ ਵਿੱਚ ਜਾਣਬੁੱਝ ਕੇ ਪਾਰਟੀਆਂ ਜਿੱਤ ਜਾਂਦੀਆਂ ਨੇ। ਵਿਸ਼ਵ ਦੇ ਕਈ ਦੇਸ਼ਾਂ ਨੇ EVM ਨੂੰ ਬੈਨ ਕੀਤਾ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਵਿਸ਼ਵ ਦੇ ਕਈ ਦੇਸ਼ਾਂ ਨੇ ਬੈਨ ਕੀਤਾ। ਉਹ ਕਹਿੰਦੇ ਆ ਕਿ ਅਸੀਂ ਬੈਲਟ ਪੇਪਰਾਂ ਦੇ ਉੱਪਰ ਹੀ ਵੋਟਾਂ ਕਰਵਾਉਣੀਆਂ ਨੇ। ਪਰ ਇਹ ਮਸਲਾ ਬਾਰ-ਬਾਰ ਭਾਰਤ ਵਿੱਚ ਉੱਠਦਾ ਲੰਬਾ ਸਮਾਂ ਹੋ ਗਿਆ। ਕੋਈ ਕਹਿੰਦਾ ਪਿਆ ਜੀ ਇੱਕ ਰਾਜਨੀਤਿਕ ਪਾਰਟੀ ਜਿੱਤਦੀ ਇਸ ਕਰਕੇ ਹੈ ਕਿ EVM ਦਾ ਸਹਾਰਾ ਲੈ ਲੈਂਦੀ ਹੈ। ਦੂਸਰੇ ਪਾਸੇ ਜੇਕਰ ਚੋਣ ਕਮਿਸ਼ਨ ਦੀ ਗੱਲ ਕੀਤੀ ਜਾਵੇ, ਚੋਣ ਕਮਿਸ਼ਨ ਕਹਿੰਦਾ ਇੱਦਾਂ ਦੀ ਕੋਈ ਗੱਲ ਨਹੀਂ, ਇਹ ਕਦੀ ਵੀ ਹੈਕ ਨਹੀਂ ਹੋ ਸਕਦੀ। ਪਰ ਇਲੈਕਟ੍ਰੋਨਿਕ ਚੀਜ਼ ਹੈ, ਇਲੈਕਟ੍ਰੋਨਿਕ ਚੀਜ਼ ਹੈਕ ਹੋ ਸਕਦੀ ਹੈ। ਸਾਡੇ ਦੇਸ਼ ਦੇ ਵਿੱਚ ਵੱਡੀਆਂ ਸਿਆਸਤਦਾਨਾਂ ਦੀਆਂ ਆਈਡੀਆਂ ਹੈਕ ਹੋ ਗਈਆਂ। ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਹਸਪਤਾਲ ਦਿੱਲੀ 'ਚ ਪੈਂਦਾ, ਉਹਦਾ ਸਰਵਰ ਹੈਕ ਹੋ ਗਿਆ। ਕਹਿੰਦੇ ਆ 1 ਕਰੋੜ ਤੋਂ ਵੱਧ ਲੋਕਾਂ ਦਾ ਡਾਟਾ ਉਹਦੇ ਵਿੱਚ ਸੀ, ਤੇ ਉਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਸੰਬੰਧਿਤ ਡਾਟਾ ਵੀ ਹੈ, ਉਪ ਰਾਸ਼ਟਰਪਤੀ ਨਾਲ ਸੰਬੰਧਿਤ ਡਾਟਾ ਵੀ ਹੈ, ਦੇਸ਼ ਦੇ ਰਾਸ਼ਟਰਪਤੀ ਸਾਹਿਬ ਦਾ ਵੀ ਡਾਟਾ ਉਹਦੇ ਵਿੱਚ ਹੈ, ਚੀਫ ਜਸਟਿਸ ਆਫ ਇੰਡੀਆ, ਹੋਰ ਵੀ ਪਤਾ ਨਹੀਂ ਕਿੰਨੇ ਕੁ ਡਾਟੇ ਉਹਦੇ ਵਿੱਚ, ਚਾਹੇ ਸਾਬਕਾ ਪ੍ਰਧਾਨ ਮੰਤਰੀ, ਚਾਹੇ ਸਾਬਕਾ ਰਾਸ਼ਟਰਪਤੀ, ਚਾਹੇ ਸਾਬਕਾ ਚੀਫ ਜਸਟਿਸ ਆਫ ਇੰਡੀਆ, ਕਈਆਂ ਦੇ ਡਾਟੇ ਉਹਦੇ ਵਿੱਚ ਹੋ ਸਕਦੇ ਆ। ਹਾਲਾਂਕਿ ਉਸ ਡਾਟੇ ਨੂੰ ਲੈ ਕੇ ਕਦੀ ਵੀ ਕੋਈ ਖਬਰ ਬਾਅਦ 'ਚ ਸੁਣਨੇ ਨੂੰ ਮਿਲੀ ਨਹੀਂ, ਪਰ ਕਿਹਾ ਗਿਆ ਸੀ ਹੈਕਰਾਂ ਨੇ ਹੈਕ ਕੀਤਾ। ਜੇ ਕੀਤਾ ਸੀ ਤਾਂ ਕਿਹੜੇ ਲੋਕ ਸੀ, ਕਿੰਨਾ ਡਾਟਾ ਹੈਕ ਹੋਇਆ, ਗੱਲਾਂ ਤਾਂ ਸਾਰੇ ਜਾਣਨਾ ਚਾਹੁੰਦੇ ਆ। ਜਦੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਦੇ ਵਿੱਚ ਵਿਗਿਆਨੀਆਂ ਦੀਆਂ ਆਈਡੀਆ ਨਾਲ ਛੇੜਛਾੜ ਹੋਈ ਹੈ, ਜਦੋਂ ਇਹ ਪਤਾ ਲੱਗਦਾ ਬੰਬੇ ਵਾਲੇ ਪਾਸੇ ਹੈਕ ਕਰਕੇ ਲਾਈਟਿੰਗ ਸਿਸਟਮ ਹੀ ਗ੍ਰਿਡ ਫੇਲ ਕਰ ਦਿੱਤਾ ਗਿਆ ਸੀ, ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਤਾਂ ਫਿਰ EVM ਕੀ ਚੀਜ਼ ਆ? ਕਿਉਂ ਨਹੀਂ ਇਹ ਸਵਾਲ ਖੜਾ ਹੋ ਸਕਦਾ? ਕਿਉਂ ਨਹੀਂ ਲੋਕ ਇਹ ਗੱਲ ਵੀ ਪੁੱਛ ਸਕਦੇ? ਪਰ ਜੇਕਰ ਚੋਣ ਕਮਿਸ਼ਨ ਕਹਿੰਦਾ ਸਾਰਾ ਕੁਝ ਠੀਕ ਹੈ, ਤੇ ਉਹ ਵੀ ਪੱਖ ਗਲਤ ਨਹੀਂ ਹੋ ਸਕਦਾ, ਸਾਨੂੰ ਉੱਧਰ ਵੀ ਧਿਆਨ ਦੇਣਾ ਚਾਹੀਦਾ। ਪਰ ਇੱਕ ਗੱਲ ਹੋਰ ਨਿਕਲਦੀ ਪਈ ਹੈ, ਚੋਣ ਕਮਿਸ਼ਨ ਨੇ ਕਿਹਾ ਕਿ EVM ਦੇ ਵਿੱਚ ਕੋਈ ਗੜਬੜੀ ਨਹੀਂ, ਮੰਨ ਲੈਂਦੇ ਆ। ਪਰ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਜਿਨ੍ਹਾਂ ਨੇ ਕਿਹਾ ਕਿ VVPAT ਵਿੱਚ ਗੜਬੜੀ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ਹੀ ਹੁਣ ਚੋਣ ਕਮਿਸ਼ਨ ਨੇ ਕਿਹਾ ਕਿ ਇਹਦੇ ਬਾਰੇ ਕੂੜ ਪ੍ਰਚਾਰ ਬੰਦ ਹੋਣਾ ਚਾਹੀਦਾ। 2 ਪਰਿਵਰਤਨ ਹੋਏ ਆ VVPAT ਵਿੱਚ ਮਸ਼ੀਨਾਂ ਨੂੰ ਲੈ ਕੇ। ਪਹਿਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੋਂ ਦੇਖਣ ਨੂੰ ਮਿਲਦਾ ਸੀ ਉਹਦੇ ਵਿੱਚ ਮਿਲਾਨ ਹੁੰਦਾ ਪਿਆ, ਉਹ ਹੁਣ ਕਾਲੇ ਸ਼ੀਸ਼ੇ ਦੇ ਕਰ ਦਿੱਤੇ ਗਏ ਨੇ, ਇੱਕ ਚਰਚਾ ਚੱਲਦੀ ਪਈ ਹੈ। ਦੂਸਰਾ ਕਿਹਾ ਜਾ ਰਿਹਾ ਕਿ ਜਦੋਂ ਬਟਨ ਦੱਬਦੇ ਸੀ ਪਹਿਲਾਂ 15 ਸੈਕਿੰਡ ਦਾ ਸਮਾਂ ਹੁੰਦਾ ਸੀ, ਤੇ ਹੁਣ ਉਹ ਸਮਾਂ ਘਟ ਕੇ 7 ਸੈਕਿੰਡ ਦਾ ਰਹਿ ਗਿਆ, ਤਾਂ ਕਿ ਕੋਈ ਦੇਖੇ ਤੇ ਦੇਖਦੇ ਦੇਖਦੇ ਅੱਖ ਚੋਂ ਉਹ ਜਾਵੇ ਨਿਕਲ ਕੇ ਗੱਬ।
ਜੇ ਇਦਾਂ ਸੱਚਮੁੱਚ ਹੈਗਾ ਤਾਂ ਲੋਕ ਸਵਾਲ ਕਿਉਂ ਨਾ ਪੁੱਛਣਗੇ, ਸੋਸ਼ਲ ਮੀਡੀਆ ਤੇ ਚਰਚਾ ਕਿਉਂ ਨਾ ਹੋਵੇ। ਫਿਰ ਇਹ ਗੱਲ ਹੋਰ ਚੱਲੀ ਹੈ, ਕਿਹਾ ਜਾ ਰਿਹਾ ਹੈ ਕਿ ਇਹ ਮਸਲਾ ਸੁਪਰੀਮ ਕੋਰਟ ਦੇ ਵਕੀਲਾਂ ਨੇ ਚੁੱਕਿਆ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਕਹਿੰਦੇ ਅਸੀਂ ਇਹ ਗੱਲ ਲੈ ਕੇ ਜਾਵਾਂਗੇ ਕਿ ਸੱਚਮੁੱਚ ਹੀ ਇੱਕ ਬਹੁਤ ਵੱਡਾ ਖੇਡ ਹੈ, ਕਿ ਪਰਦੇ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ, ਕਿ ਜਿਸ ਨੇ EVM ਮਸ਼ੀਨ ਬਣਾਈ ਹੈ ਜਾਂ ਜਿਨ੍ਹਾਂ ਵੀ ਇੰਜੀਨੀਅਰਾਂ ਨੇ ਬਣਾਈ ਹੈ ਉਹ ਇਹ ਦਾਅਵਾ ਕਰਦੇ ਨੇ ਕਿ ਕਦੀ ਹੈਕ ਨਹੀਂ ਹੋ ਸਕਦੀ। ਕੀ ਰਾਜਨੀਤਿਕ ਪਾਰਟੀਆਂ ਸੱਚਮੁੱਚ ਹੀ ਆਪਣੇ ਫਾਇਦੇ ਲਈ ਇਹਦੀ ਵਰਤੋਂ ਕਰਦੀਆਂ ਨੇ? ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਨੇ ਜੋ ਹਰ ਇੱਕ ਇਨਸਾਨ ਦੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਹੁਣ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਭਾਨੂ ਪ੍ਰਤਾਪ, ਨਾਲ ਉਹਨਾਂ ਦੇ ਮਹਿਮੂਦ ਪ੍ਰਚਾ ਤੇ ਨਾਲ ਜ਼ਿੰਜ਼ਮ ਰਾਜ਼ੇਨਾ। ਹੁਣ ਮੰਨਿਆ ਜਾ ਰਿਹਾ ਕਿ ਇਹ ਮਨੀਪੁਰ ਦੇ ਨੇ, ਇਹਨਾਂ ਦੇ ਵਿੱਚੋਂ ਜ਼ਿੰਜ਼ਮ, ਤੇ ਇਹਨਾਂ ਤੋਂ ਇਲਾਵਾ ਕਈ ਹੋਰ ਵੀ ਚਿਹਰੇ ਸ਼ਾਮਲ ਹੈ ਜਿਹੜੇ ਇਸ ਵੇਲੇ ਦਿੱਲੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਤੇ ਵਿਰੋਧ ਪ੍ਰਦਰਸ਼ਨ ਵੀ ਉਹਨਾਂ ਨੇ ਜੰਤਰ ਮੰਤਰ ਤੇ ਕੀਤਾ। ਉਹਨਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ, ਸੇਬ ਕੇਲੇ ਦੀ ਉਦਾਹਰਨ ਦੇ ਕੇ ਸਮਝਾਇਆ ਕਿ ਇਸ ਤਰ੍ਹਾਂ ਵੋਟ ਇਹਨੂੰ ਪਾਈ ਜਾਂਦੀ ਤੇ ਇਸ ਤਰ੍ਹਾਂ ਪਰਿਵਰਤਨ ਆਉਂਦਾ। ਤੇ ਜੇਕਰ ਇਹ ਗੱਲ ਬਿਲਕੁਲ ਠੀਕ ਹੈ ਤਾਂ ਫਿਰ ਇਹਦੇ ਬਾਰੇ ਲੋਕਾਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ। ਕਾਂਗਰਸ ਹਿਮਾਚਲ ਪ੍ਰਦੇਸ਼ ਵਿੱਚ ਜਿੱਤੀ ਹੈ, ਤੇਲੰਗਾਨਾ ਦੇ ਵਿੱਚ ਜਿੱਤ ਗਈ ਹੈ, ਉੱਥੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ, ਕੋਈ ਵੀ ਸਿਆਸਤਦਾਨ ਕਹਿੰਦੇ ਬੋਲਿਆ ਨਹੀਂ ਕਿ EVM ਦੇ ਕਰਕੇ ਜਿੱਤ ਹਾਸਲ ਹੋਈ ਹੈ। ਪਰ ਇਸ ਮਾਮਲੇ ਨੂੰ ਲੈ ਕੇ ਭਾਰਤ ਦੇ ਵਿੱਚ ਇੱਕ ਹੀ ਸਿਆਸਤਦਾਨ ਇੱਥੇ ਬੋਲਿਆ, ਉਹ ਸੀ ਬੀਬੀ ਮਾਇਆਵਤੀ ਹੋਰਾਂ ਨੇ ਕਿਹਾ ਕਿ EVM ਦੇ ਕਰਕੇ ਹੀ ਹੋਇਆ ਜੀ ਸਾਰਾ ਕੁਝ। ਪਰ ਫਿਰ ਧਿਆਨ ਤਾਂ ਫਿਰ ਉੱਧਰ ਹੀ ਜਾਂਦਾ ਕਿ ਇਹ ਤਾਂ ਭਾਜਪਾ ਪਾਰਟੀ ਨਾਲ ਸੰਬੰਧ ਹੀ ਨਹੀਂ ਸੀ, ਇਸ ਕਰਕੇ ਕਿਉਂ ਕਿਹਾ ਗਿਆ। ਪਰ ਰੌਲਾ ਇਸ ਗੱਲ ਦਾ ਚੱਲਦਾ, ਉਹਨਾਂ ਨੇ ਸਮੇਂ-ਸਮੇਂ ਤੇ ਮੁੱਦਾ ਚੁੱਕਿਆ। ਜਦੋਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਸ ਵੇਲੇ ਯੂਪੀ ਦੇ ਇੱਕ ਪਿੰਡ ਦੇ ਵਿੱਚੋਂ ਇਹ ਗੱਲ ਕਹੀ ਗਈ, ਲੋਕ ਕਹਿੰਦੇ ਸੀ ਵੋਟਾਂ ਪਾਈਆਂ ਹੀ ਨਹੀਂ ਇੱਕ ਪਾਰਟੀ ਨੂੰ, ਪਰ ਸਾਡੇ ਪਿੰਡ ਦੇ ਵਿੱਚੋਂ ਅੱਧੇ ਤੋਂ ਵੱਧ ਵੋਟਾਂ ਉੱਧਰ ਗਈਆਂ। ਇਹ ਕਿੱਦਾਂ ਹੋ ਸਕਦਾ ਸੰਭਵ? ਜੇਕਰ ਵੋਟਾਂ ਪਾਈਆਂ ਨਹੀਂ ਤਾਂ ਫਿਰ ਸਵਾਲ ਕਿਉਂ ਨਾ ਖੜੇ ਹੋਣ? ਕੀ ਇਹ ਸਵਾਲ ਜਿਹੜੇ ਉੱਠ ਰਹੇ ਨੇ ਬਿਲਕੁਲ ਸਹੀ ਨੇ? ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ, ਜਵਾਬ ਆਉਣਾ ਚਾਹੀਦਾ, ਲੋਕਾਂ ਦੇ ਸਾਹਮਣੇ ਸਾਰਾ ਕੁਝ ਸੱਚ ਆਉਣਾ ਚਾਹੀਦਾ। ਪਰ ਦੂਸਰੇ ਪਾਸੇ ਕਹਿੰਦੇ ਆ ਕਿ ਇੱਕ ਨਰੇਟਿਵ ਬੁਣਿਆ ਜਾ ਰਿਹਾ ਹੈ। ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਜਪਾ 70 ਤੋਂ 75 ਲੋਕ ਸਭਾ ਦੀਆਂ ਸੀਟਾਂ ਯੂਪੀ ਦੇ ਵਿੱਚ ਲੈ ਕੇ ਜਾ ਸਕਦੀ ਹੈ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੈ ਕੇ ਵੀ ਜਾ ਸਕਦੀ ਹੈ। ਉੱਥੇ ਲੋਕਾਂ ਦੇ ਕੰਮ ਵੀ ਕੀਤਾ। ਉੱਥੇ ਇਹ ਵੀ ਹੋ ਸਕਦਾ ਕਿ ਜੋਗੀ ਹੋਰਾਂ ਦੀ ਸਰਕਾਰ ਨੂੰ ਲੋਕ ਪਸੰਦ ਕਰਦੇ ਹੋਣ। ਉਹ ਵੱਖਰੀ ਗੱਲ ਹੈ ਕਿ ਜੋਗੀ ਆਦਿੱਤਿਆਨਾਥ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਕਾਰ ਬਹੁਤੀ ਬਣਦੀ ਨਹੀਂ ਕਹਿੰਦੇ, ਕਿਉਂਕਿ ਇੱਕ ਪਾਸੇ ਸੰਘ ਦਾ ਸਾਥ ਹੈ, ਇੱਕ ਪਾਸੇ ਥਾਪੜਾ ਸੰਘ ਦਾ, ਤੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਚਿਹਰੇ ਤੇ ਚੋਣਾਂ ਲੜੀਆਂ ਜਾ ਰਹੀਆਂ ਨੇ। ਪਰ ਇੱਕ ਹੋਰ ਵੱਡੀ ਗੱਲ ਹੈ, 2024 ਦੇ ਪਹਿਲੇ ਮਹੀਨੇ, ਹੁਣ ਕਹਿ ਸਕਦੇ 22 ਜਨਵਰੀ ਨੂੰ, ਜਦੋਂ ਭਗਵਾਨ ਰਾਮ ਮੰਦਰ ਬਣ ਕੇ ਤਿਆਰ ਹੋਇਆ, ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ 22 ਜਨਵਰੀ ਨੂੰ ਕਰਵਾਉਣਾ, ਜਿੱਥੇ ਹਰ ਪਾਸੇ ਦਿਖਾਇਆ ਜਾ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਪਹੁੰਚਣਗੇ। ਇੱਕ ਨੈਰੇਟਿਵ ਬੁਣਿਆ ਜਾ ਰਿਹਾ, ਕਹਿੰਦੇ EVM ਮਸ਼ੀਨਾਂ ਦਾ ਸਹਾਰਾ ਲਿਆ ਜਾ ਰਿਹਾ ਤੇ ਦੇਸ਼ ਦੇ ਵਿੱਚ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ। ਜਿਸ ਦੇਸ਼ ਦੇ ਵਿੱਚ ਪਹਿਲਾਂ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਹਿੰਦੂ ਕਮਿਊਨਿਟੀ 80% ਤੋਂ ਵੱਧ ਹੈ, ਤੇ ਉੱਥੇ ਨਾਲ ਇਹ ਗੱਲ ਜੁੜਦੀ ਜਾ ਰਹੀ ਹੈ ਕਿ EVM ਮਸ਼ੀਨਾਂ ਵੀ ਸਾਥ ਦੇ ਸਕਦੀਆਂ ਨੇ। ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ, ਦਾਅਵਾ ਨਹੀਂ ਕਰਦੇ, ਪਰ ਜਿਹੜਾ ਰੌਲਾ ਚੱਲਦਾ ਪਿਆ ਇਹ ਕਿਤੇ ਨਾ ਕਿਤੇ ਸਵਾਲ ਬਹੁਤ ਸਾਰੇ ਨੇ ਜੋ ਖੜੇ ਹੋ ਰਹੇ ਨੇ। ਦੂਸਰੇ ਪਾਸੇ ਜੇਕਰ ਇਹ ਕਿਹਾ ਜਾਵੇ ਕਿ ਧਰਮ ਦੇ ਆਧਾਰ ਤੇ ਲੜਾਈ ਜਿੱਤੀ ਜਾਂਦੀ ਹੈ, ਜੰਗ ਜਿੱਤੀ ਜਾਂਦੀ ਹੈ, ਵੋਟਾਂ ਜਿੱਤੀਆਂ ਜਾਂਦੀਆਂ, ਤਾਂ ਫਿਰ 1992 ਤੋਂ 1996 ਵਿੱਚ ਚੱਲਦੇ ਆ, ਜਦੋਂ ਰਾਮ ਮੰਦਰ ਲੈ ਕੇ ਅੰਦੋਲਨ ਸ਼ੁਰੂ ਹੋਇਆ ਸੀ। ਉਸ ਵੇਲੇ ਵੱਡੇ ਸਿਆਸਤਦਾਨ ਜਿਹੜੇ ਇਸ ਵੇਲੇ ਮਾਰਕ ਮੰਡਲ ਦਰਸ਼ਨ ਦੇ ਵਿੱਚ ਬੈਠੇ ਹੋਏ ਨੇ, ਚਾਹੇ ਲਾਲ ਕ੍ਰਿਸ਼ਨ ਅਡਵਾਨੀ ਹੋਣ, ਚਾਹੇ ਇਸ ਮਾਮਲੇ ਵਿੱਚ ਮੁਰਲੀ ਮਨੋਹਰ ਜੋਸ਼ੀ ਹੋਣ, ਚਾਹੇ ਹੋਰ ਵੀ ਕਈ ਸਿਆਸਤਦਾਨ ਹੋਣ, ਹੁਣ ਇਹਨਾਂ ਨੇ ਉਸ ਵੇਲੇ ਅੰਦੋਲਨ ਕੀਤਾ। ਪਰ ਉਹਨਾਂ ਦਿਨਾਂ ਦੇ ਦੌਰਾਨ ਹੀ ਜਦੋਂ ਰਾਜੀਵ ਗਾਂਧੀ ਹੋਰਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਕਾਂਗਰਸ ਜਿੱਤਦੀ ਹੈ ਤੇ ਉਸ ਤੋਂ ਕੁਝ ਸਮੇਂ ਬਾਅਦ BJP 120 ਸੀਟਾਂ ਜਿੱਤਦੀ ਹੈ। ਪਰ ਉੱਥੇ 20% ਵੋਟਾਂ ਉਹਨਾਂ ਦੇ ਕੋਲ ਸੀਗੀਆਂ। ਪਰ ਕੀ ਉਸ ਵੇਲੇ ਰਾਮ ਮੰਦਰ ਨੇ ਪ੍ਰਭਾਵਿਤ ਕੀਤਾ ਅੰਦੋਲਨ ਨੇ? ਲੋਕ ਅੱਜ ਵੀ ਜਾਣਨਾ ਚਾਹੁੰਦੇ ਆ। 1996 ਵਿੱਚ ਵੋਟਾਂ ਦੇ ਦੌਰਾਨ BJP ਨੂੰ 120 ਤੋਂ 161 ਸੀਟਾਂ ਮਿਲੀਆਂ। ਉਸ ਵੇਲੇ ਵੀ ਅੰਦੋਲਨ ਸਿਖਰਾਂ ਤੇ ਸੀ, ਬਾਬਰੀ ਮਸਜਿਦ ਵਿੱਚ ਜੋ ਕੁਝ ਵੀ ਹੈ ਸਭ ਨੂੰ ਪਤਾ ਹੈ। ਉਸ ਤੋਂ ਬਾਅਦ ਵੀ ਮਾਮਲਾ ਸਿਖਰਾਂ ਤੇ ਸੀਗਾ। ਪਰ ਵਾਜਪਾਈ ਹੋਰਾਂ ਦੀ ਸਰਕਾਰ ਬਣਦੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਅਟਲ ਬਿਹਾਰੀ ਵਾਜਪਾਈ। 13 ਦਿਨ ਦੀ ਸਰਕਾਰ ਸੀ ਉਹ ਮੰਨੀ ਜਾਂਦੀ। ਹੁਣ ਉਹਦੇ ਵਿੱਚ ਜਦੋਂ ਦੇਖਿਆ ਕਿਸੇ ਗੱਠਜੋੜ ਨੇ ਸਾਥ ਨਹੀਂ ਦਿੱਤਾ, ਤੇ ਉਸ ਵੇਲੇ ਫਿਰ ਬਾਅਦ ਦੇ ਵਿੱਚ ਗੱਠਜੋੜ ਦੇ ਨਾਂ ਤੇ ਦੇਵਗੌੜਾ ਹੁਣੀ ਪ੍ਰਧਾਨ ਮੰਤਰੀ ਬਣੇ। ਪਰ ਰੌਲਾ ਉਦੋਂ ਵੀ ਚੱਲਿਆ। ਉਸ ਤੋਂ ਬਾਅਦ ਵੀ ਭਾਜਪਾ ਪਾਰਟੀ ਨੇ ਵੋਟਾਂ ਹਾਸਲ ਕੀਤੀਆਂ, ਪਰ ਕਿਸੇ ਪਾਸੇ ਵੀ ਧਰਮ ਨੇ ਕਹਿੰਦੇ ਆ ਕਿ ਬਹੁਤਾ ਉੱਪਰ ਪ੍ਰਭਾਵ ਨਹੀਂ ਪਾਇਆ, ਕਿਉਂਕਿ ਯੂਪੀ ਵਿੱਚ 70 ਤੋਂ 75 ਸੀਟਾਂ ਹੁਣ ਜਿੱਤਣ ਦੀ ਗੱਲ ਕਹੀ ਜਾ ਰਹੀ ਹੈ। ਉਦੋਂ ਵੀ ਸੀਟਾਂ ਦੇ ਵਿੱਚ ਵਾਧਾ ਹੋਇਆ ਸੀ, ਮਸਲਾ ਹੋਰ ਸੀਗਾ, ਸਮਾਂ ਹੋਰ ਸੀਗਾ। ਪਰ ਅੱਜ ਜਿਸ ਹਿਸਾਬ ਦੇ ਨਾਲ ਕਾਰਵਾਈ ਅੱਗੇ ਵੱਲ ਵਧਾਉਣ ਦੀ ਗੱਲ EVM ਨੂੰ ਲੈ ਕੇ ਕਹੀ ਜਾ ਰਹੀ ਹੈ, ਦੂਜੇ ਪਾਸੇ ਇੱਕ ਨੈਰੇਟਿਵ ਬੁਣਿਆ ਜਾ ਰਿਹਾ ਹੈ
ਭਗਵਾਨ ਰਾਮ ਮੰਦਰ ਨੂੰ ਲੈ ਕੇ ਜੇਕਰ ਇਹ ਸੱਚ ਹੁੰਦਾ ਤੇ ਧਰਮ ਦਾ ਕਿੰਨਾ ਕੁ ਪ੍ਰਭਾਵ ਪੈਂਦਾ, ਕਿਸ ਤਰ੍ਹਾਂ ਜਿੱਤ ਹਾਸਲ ਕਰਦੇ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਇੰਨਾ ਜ਼ਰੂਰ ਹੈ, ਇਸ ਵੇਲੇ ਸਿੱਧੇ ਰੂਪ 'ਚ ਕਹੀਏ ਚਾਹੇ ਅਸਿੱਧੇ ਰੂਪ 'ਚ ਕਹੀਏ, ਇੱਕ ਪਾਸੇ ਦੇਸ਼ ਦੇ ਵਿੱਚ ਜਾਤੀਗਤ ਗਣਨਾ ਪ੍ਰਭਾਵ ਪਾ ਰਹੀ ਹੈ, ਦੂਸਰੇ ਪਾਸੇ ਧਰਮ ਵੀ ਭਾਰੂ ਪੈਂਦਾ ਜਾ ਰਿਹਾ ਹੈ, ਤੇ ਤੀਸਰੇ ਪਾਸੇ EVM ਮਸ਼ੀਨਾਂ ਨੂੰ ਚੱਲ ਰਿਹਾ ਰੌਲਾ ਕਈ ਤਰ੍ਹਾਂ ਦੇ ਸਵਾਲ ਖੜਾ ਕਰਦਾ ਹੈ, ਤੇ ਇਹਦੇ ਜਵਾਬ ਆਉਂਦੇ ਦਿਨਾਂ ਨੂੰ ਦੇਣੇ ਪੈਣੇ ਆ। ਤੇ ਜੇਕਰ ਇਹ ਜਵਾਬ ਨਾ ਦਿੱਤੇ ਗਏ ਤਾਂ ਫਿਰ ਮੰਨ ਕੇ ਚੱਲਦੇ ਆ ਇਹ ਰੌਲਾ ਹੀ ਰਹਿ ਸਕਦਾ। ਪਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਅਸੀਂ ਪੂਰੇ ਭਾਰਤ ਵਿੱਚ ਪ੍ਰਚਾਰ ਕਰਾਂਗੇ, ਇਹ ਦੱਸਾਂਗੇ ਧੋਖਾ ਕਿੱਦਾਂ ਹੋ ਰਿਹਾ, ਇਹਦਾ ਮਤਲਬ ਇੱਕ ਹੋਰ ਨਿਕਲਦਾ ਕਿ ਇਸ ਵੇਲੇ ਕਈ ਸਿਆਸਤਦਾਨ ਪਰਦੇ ਦੇ ਪਿੱਛੇ ਖੜੇ ਨੇ, ਚਾਹੇ ਉਹ ਗੱਠਜੋੜ ਵਾਲੀ ਸਰਕਾਰ ਦੇ ਗੱਠਜੋੜ ਦੇ ਕਿਉਂ ਨਾ ਹੋਣ। ਉਹਨਾਂ ਨੂੰ ਲੱਗਦਾ ਪਿਆ ਕਿ ਸਾਡਾ ਮੁੱਦਾ ਇਸ ਵੇਲੇ ਮੀਡੀਆ ਵੀ ਨਹੀਂ ਚੁੱਕਦਾ। ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ, ਸ਼ਾਇਦ ਉਹਨਾਂ ਨੂੰ ਇਹ ਵੀ ਲੱਗਦਾ ਹੋਵੇ ਕਿ ਗੱਲ ਸਿੱਧੇ ਰੂਪ 'ਚ ਕਰਦੇ ਆ ਪਰ ਅਸਰ ਨਹੀਂ ਹੋ ਰਿਹਾ। ਇਸ ਕਰਕੇ ਹੁਣ ਲੋਕਾਂ ਦੇ ਵਿੱਚ ਇੱਕ ਮੁੱਦਾ ਬਣਾ ਦਿੱਤਾ ਜਾਵੇ EVM ਨੂੰ ਲੈ ਕੇ, ਤੇ ਇਹ ਮੁੱਦਾ ਲੋਕ ਆਪ ਸਮਝਣ ਕਿ ਇਸੇ ਕਰਕੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਹੁਣ ਸੀਨੀਅਰ ਵਕੀਲਾਂ ਨੇ ਕਿਹਾ ਅਸੀਂ ਸਮਝਾਵਾਂਗੇ ਧੋਖਾ ਕਿੱਦਾਂ ਹੋ ਰਿਹਾ। ਜੇਕਰ ਇਹ ਸਹੀ ਗੱਲ ਹੈ ਧੋਖਾ ਹੋ ਰਿਹਾ ਤੇ ਇਸ ਮਾਮਲੇ ਤੇ ਚੋਣ ਕਮਿਸ਼ਨ ਨੂੰ ਸਪਸ਼ਟ ਕਰਨਾ ਚਾਹੀਦਾ, ਤੇ ਜੇਕਰ ਚੋਣ ਕਮਿਸ਼ਨ ਨੇ ਕਿਹਾ ਐਦਾਂ ਦੀ ਕੋਈ ਗੱਲ ਨਹੀਂ ਗੀ, ਕੂੜ ਪ੍ਰਚਾਰ ਇਹ ਕਰ ਰਹੇ ਨੇ, ਤੇ ਇਸ ਕੂੜ ਪ੍ਰਚਾਰ ਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ। ਸਥਿਤੀਆਂ ਆਪਣੀ ਜਗ੍ਹਾ ਤੇ ਨੇ, ਪਰ ਕਿਸ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ 'ਚ ਫੈਸਲਾ ਲਿਆ ਜਾਂਦਾ ਹੈ ਇਹ ਇੰਤਜ਼ਾਰ ਰਹੇਗਾ। ਪਰ ਇੰਨਾ ਜ਼ਰੂਰ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ EVM ਦਾ ਮੁੱਦਾ ਜਿਸ ਹਿਸਾਬ ਦੇ ਨਾਲ ਉੱਠਿਆ, ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ। ਸਵਾਲ ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਬਹੁਤ ਖੜੇ ਕੀਤੇ ਆ, ਕਿਉਂਕਿ ਇਸ ਵੇਲੇ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਨੂੰ ਨਵੇਂ ਸਿਰਿਓਂ ਸ਼ੁਰੂ ਕਰਨਾ ਚਾਹੁੰਦੇ ਆ, ਇਕੱਲੇ ਅੱਗੇ ਵਧਣਾ ਚਾਹੁੰਦੇ ਆ, ਨਾਲ ਪਤਾ ਨਹੀਂ ਕਿਸੇ ਨੇ ਚੱਲਣਾ ਕਿ ਨਹੀਂ, ਐਵੇਂ ਤਾਂ ਨਹੀਂ ਪੱਟ ਦੇ ਥਾਪੀਆਂ ਮਾਰ ਕੇ ਕਹਿੰਦੇ ਪਏ ਕਿ ਕਰਕੇ ਦਿਖਾਓ 10,000 ਦਾ ਇਕੱਠ ਫਿਰ ਦੇਖਾਂਗੇ। ਹੁਣ ਇਹ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਕਹੀਆਂ ਜਾ ਰਹੀਆਂ ਨੇ, ਜਿਸ ਹਿਸਾਬ ਦੇ ਨਾਲ ਬਠਿੰਡੇ ਦੇ ਵਿੱਚ ਉਹਨਾਂ ਨੇ ਰੈਲੀਆਂ ਕੀਤੀਆਂ, ਇਕੱਠ ਕੀਤਾ, ਰੈਲੀ ਕਹਿ ਲਈਏ ਇਕੱਠ ਕਹਿ ਲਈਏ, ਪਰ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਜੁੜੇ, ਇੱਕ ਧੜਾ ਵੱਖਰਾ ਮੰਨਿਆ ਜਾ ਰਿਹਾ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ, ਇੱਕ ਧੜਾ ਉਹ ਮੰਨਿਆ ਜਾ ਰਿਹਾ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੈ, ਤੇ ਇੱਕ ਧੜਾ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦਾ ਵੀ ਕਿਹਾ ਜਾ ਰਿਹਾ। ਹਾਲਾਂਕਿ ਹੈਗੀ ਕਿ ਧੜੇਬੰਦੀ ਨਹੀਂ, ਇਹ ਤਾਂ ਅੰਦਰਲੇ ਸਿਆਸਤਦਾਨ ਜਾਣਦੇ ਹੋਣਗੇ, ਪਰ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਸ ਹਿਸਾਬ ਦੇ ਨਾਲ ਆਪਣੀ ਪਾਰਟੀ ਦੇ ਸਿਆਸਤਦਾਨਾਂ ਨੂੰ ਵੀ ਰਗੜੇ ਲਗਾਤੇ ਨੇ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਪੰਜਾਬ ਪਹੁੰਚੇ ਹੋਏ ਨੇ। ਹੁਣ ਉਹਨਾਂ ਨੇ ਦਵਿੰਦਰ ਸਿੰਘ ਹੋਰਾਂ ਨੇ ਗੱਲਬਾਤ ਵੀ ਕੀਤੀ ਹੈ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸਤਦਾਨਾਂ ਨੂੰ, ਖਾਸ ਕਰ ਕਾਂਗਰਸੀਆਂ ਨੂੰ ਮਿਲਣਾ, ਇਹ ਦੇਖਣਾ ਕਿਹਦੇ ਦਿਲ ਦਾ ਕੀ ਹਾਲ ਹੈ, ਨਬਜ਼ਾਂ ਟੋਣ ਦੀ ਕੋਸ਼ਿਸ਼ ਕਰਨਗੇ, ਗਿਲੇ ਸ਼ਿਕਵੇ ਰੋਸੇ ਕਿੱਥੇ ਨੇ ਉਹ ਸਾਰਾ ਲੱਭਣ ਦਾ ਯਤਨ ਕਰਨਗੇ। ਪਰ ਉਸ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਸਿਆਸੀ ਵਾਰ ਕੀਤੇ ਨੇ, ਇੱਕ ਵਾਰ ਫਿਰ ਤੋਂ ਚੋਟ ਕਰਨ ਦੀ ਕੋਸ਼ਿਸ਼ ਕੀਤੀ ਆ, ਕਹਿੰਦੇ ਇਕੱਠ ਕਰਕੇ ਦਿਖਾਓ 10,000 ਦਾ ਫੇਰ ਮੰਨਾਂਗੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ, ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਸੁਣਦੇ ਹਾਂ ਜਿਹੜੀ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਹੈ। ਕੋਈ ਲਾਵੇ ਖਾੜਾ ਤੇ 10,000 ਬੰਦਾ ਇਕੱਠਾ ਕਰੇ, ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ, ਪਰ ਪ੍ਰਚਾਰ ਕਰੇ ਪੰਜਾਬ ਦਾ, ਪੰਜਾਬ ਦੇ ਲੋਕਾਂ ਦੀ ਭਲਾਈ ਦਾ। ਲੋਕ ਭਲਾਈ ਕਿੱਥੇ ਹੈ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ। ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ। ਇਸ ਗੁਰੂ ਦੀ ਸਥਲੀ ਦੇ ਉੱਤੇ ਖੜ ਕੇ ਕਹਿਣਾ ਕਿ ਯਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ, ਇੱਕ ਵਰਕਰ ਖੜਾ ਕਰੂੰਗਾ, ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ। ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜੇ, ਸਭ ਕੁਝ ਗਵਾ ਦਿਆਂ ਮੈਂ, ਲੇਕਿਨ ਮੈਂ ਧਰਮ ਨਹੀਂ ਹਾਰੂੰਗਾ। ਔਰ ਮੇਰੀ ਪ੍ਰੇਰਣਾ ਹੈ ਬੰਦ ਕਟਾਏ, ਆਰਿਆਂ ਨਾਲ ਚਰਾਏ ਗਏ, ਖੋਪੜੀਆਂ ਲਹਾਈਆਂ, ਪਰ ਧਰਮ ਨਹੀਂ ਹਾਰਿਆ। ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ, ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ। ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ, ਭੁੱਖਿਆਂ ਨੂੰ ਰਜਾ ਦੇਣਾ, ਰੋਂਦਿਆਂ ਨੂੰ ਹਸਾ ਦੇਣਾ, ਉਜੜਿਆਂ ਨੂੰ ਵਸਾ ਦੇਣਾ। ਇਹ ਹਾਈ ਕਮਾਂਡ ਤੈਅ ਕਰੇ, ਇਹ ਹਾਈ ਕਮਾਂਡ ਤੈਅ ਕਰੇ। ਜਦੋਂ ਕੁਰਸੀਆਂ ਲੈਂਦੇ ਹੋ, ਜਦੋਂ ਪਦ ਲੈਂਦੇ ਹੋ, ਅਹੁਦੇ ਲੈਂਦੇ ਹੋ, ਉਦੋਂ ਮੈਂ ਹਾਈ ਕਮਾਂਡ ਦੀ ਮੰਨਣੀ ਹੈ। ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐਂ ਕਰ ਦਿਆਂਗੇ, ਅਸੀਂ ਕੀਤਾ ਤਾਂ ਹੈ ਨਹੀਂ, ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ। ਮੈਂ ਆਪਣੇ ਨਹੀਂ, ਮੈਂ ਕਹਿੰਦਾ ਆਪਣਾ ਮਤ ਦੇ ਦਿੱਤਾ, ਬੰਦ ਕਮਰਿਆਂ 'ਚ ਦੇ ਦਿੱਤਾ। ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ। ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ, ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲਓ। ਹਾਂਜੀ, ਡੈਮੋਕ੍ਰੇਸੀ ਜੇ ਨਾ ਬਚੀ, ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ? ਸੁਖਪਾਲ ਖਹਿਰਾ ਦੇ ਖਿਲਾਫ ਪੋਲੀਟੀਕਲ ਵੈਂਡੇਟਾ ਹੈ।
ਸਮਝੇ। ਸੁਖਪਾਲ ਖਹਿਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ, ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ। ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਹਿਣਾ ਜਰਾ, ਸਮਝਿਆ। 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ। ਜਦੋਂ ਕਾਨੂੰਨ ਨਹੀਂ, ਨਿਆਂ, ਨੀਤੀ, ਧਰਮ, ਜਦੋਂ ਇਹੀ ਸਾਰਾ ਕੁਝ ਚਲਿਆ ਗਿਆ ਤਾਂ ਫਿਰ ਲੋਕ ਰਾਜ ਕਾਹਦਾ ਹੈ? ਪੁਰਾਣੀ ਕਹਾਵਤ ਹੁੰਦੀ ਸੀ, ਆਇਰਨ हैंड इन वेलवेट ग्लव्स, कि शनील का दस्ताना है, अंदर लोहे का हत्थ है। ऐ नहीं चलना मित्रा। डेमोक्रेसी लोगों की आवाज़ है, तो लोगों की आवाज़ नूं तुसीं कोई नहीं रोक सकता। फर्क ये है कि 15 बंदे पंजाब ने कि 3 करोड़ पंजाबी। मैं 3 करोड़ पंजाबियों 'ਚ फिरूंगा। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਤੁਸੀਂ ਸੁਣਿਆ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਇਹ ਸਾਰੀਆਂ ਗੱਲਾਂ ਕਹੀਆਂ ਨੇ ਕਿ ਭਾਈ ਇਸ ਵੇਲੇ ਪੰਜਾਬ ਦੇ ਵਿੱਚ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਜਿਹੜੇ ਪਾਰਟੀ ਦੇ ਲੀਡਰ ਨੇ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ। ਵਾਕਈ ਜੇਕਰ ਲੀਡਰਾਂ ਦਾ ਸਨਮਾਨ ਹੋਏਗਾ ਤੇ ਤਾਂ ਹੀ ਉਹ ਲੀਡਰ ਅੱਗੇ ਵੱਲ ਵਧਣਗੇ। ਪਰ ਦੂਸਰੀ ਗੱਲ ਇਹ ਵੀ ਹੈ ਕਿ ਇਸ ਵੇਲੇ ਲੀਡਰਾਂ ਦਾ ਸਨਮਾਨ ਸੱਚਮੁੱਚ ਨਹੀਂ ਹੋ ਰਿਹਾ, ਕਿ ਇਸ ਵੇਲੇ ਵਰਕਰਾਂ ਦਾ ਸਤਿਕਾਰ ਸੱਚਮੁੱਚ ਨਹੀਂ ਹੋ ਰਿਹਾ, ਕਿ ਇੱਕ ਧੜੇ ਨੂੰ ਲੈ ਕੇ ਸਿਰਫ ਇਹ ਗੱਲ ਕਹੀ ਹੈ, ਜਾਂ ਫਿਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਕੁਝ ਕੁ ਲੀਡਰਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ। ਲੱਗਦਾ ਕੁਛ ਇਸੇ ਤਰ੍ਹਾਂ, ਸ਼ਾਇਦ ਧੜੇਬੰਦੀ ਵੀ ਹੋ ਸਕਦੀ ਹੈ। ਪਰ ਕਿਹਾ ਜਾ ਰਿਹਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਸਾਰੇ ਹਾਲਾਤ ਸੈੱਟ ਕਰਨੇ ਜ਼ਰੂਰੀ ਹੈ, ਨਹੀਂ ਤਾਂ ਆਉਂਦੇ ਦਿਨਾਂ ਨੂੰ ਨੁਕਸਾਨ ਕਾਂਗਰਸ ਪਾਰਟੀ ਨੂੰ ਹੋ ਸਕਦਾ। ਫਿਰ ਕੱਲ੍ਹ ਨੂੰ ਇਹ ਵੀ ਨਹੀਂ ਕੋਈ ਕਹਿ ਸਕਦਾ ਕਿ ਦੂਜੀਆਂ ਧਿਰਾਂ ਨੇ ਆ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਕਿਉਂਕਿ ਆਪਣੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜੋ ਇੱਕ ਦੂਸਰੇ ਦਾ ਨੁਕਸਾਨ ਕਰ ਸਕਦੇ ਨੇ। ਅਸੀਂ ਨਹੀਂ ਕਹਿੰਦੇ ਕਰਦੇ, ਕਰ ਸਕਦੇ ਨੇ। ਤਾਂ ਲੱਗਦਾ ਪਿਆ ਸਥਿਤੀ ਉੱਧਰ ਨੂੰ ਜਾਂਦੀ ਵੀ ਪਈ ਹੈ। ਸਥਿਤੀ ਗੁਜਰਾਤ ਵੱਲ ਨਜ਼ਰ ਮਾਰੀਏ ਤਾਂ ਉੱਧਰ ਵੀ ਗੰਭੀਰ ਨਜ਼ਰ ਆ ਰਹੀ ਹੈ, ਕਿਉਂਕਿ ਗੁਜਰਾਤ ਦੇ ਵਿੱਚ ਇਸ ਵੇਲੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਹੁਣ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ, ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਜਿਹੜੇ ਗੁਜਰਾਤ ਦੇ ਵਿੱਚ ਸਿਆਸਤਦਾਨ ਨੂੰ ਜੇਲ੍ਹ ਦੇ ਵਿੱਚ ਭੇਜਿਆ ਹੋਇਆ, ਜਿਨ੍ਹਾਂ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਇੱਕ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ, ਉਹਨਾਂ ਦੇ ਹੱਕ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ, ਸਾਡੀਆਂ ਨੀਤੀਆਂ ਨਾਲ ਧੱਕਾ ਕਰ ਰਹੀ ਹੈ, ਸਾਨੂੰ ਚੱਲਣ ਨਹੀਂ ਦੇ ਰਹੀ। ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਗੀ, ਦੂਜੀ ਸਰਕਾਰ ਹੈ, ਉੱਥੇ ਧੱਕਾ ਕਰ ਰਹੀ ਹੈ। ਪਰ ਗੁਜਰਾਤ ਦੇ ਵਿੱਚ ਤਾਂ ਸਰਕਾਰ ਉਹੀ ਹੈ। ਹੁਣ ਉੱਥੇ ਆਮ ਆਦਮੀ ਪਾਰਟੀ ਨਾਲ ਕਿਹੜਾ ਧੱਕਾ ਹੋ ਰਿਹਾ? ਪੰਜਾਬ ਦੇ ਵਿੱਚ ਵੀ ਕਿਹਾ ਜਾ ਰਿਹਾ, ਗਵਰਨਰ ਸਾਹਿਬ ਕਈ ਬਿੱਲ ਰੋਕ ਕੇ ਬੈਠੇ ਸੀ, ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਸੀਂ ਸੁਣਦੇ ਹਾਂ ਕਿ ਉਹਨਾਂ ਨੇ ਗੁਜਰਾਤ ਦੇ ਵਿੱਚ ਜਾ ਕੇ ਕਿਹੜੀਆਂ ਅਹਿਮ ਗੱਲਾਂ ਕੀਤੀਆਂ। ਇੱਕ ਨਜ਼ਰ ਉੱਧਰ ਮਾਰਦੇ ਹਾਂ। ये पहले से होता आया है, जो भी लोगों की लड़ाई लड़ता है और जो लोगों को लूटते हैं उनके खिलाफ लड़ता है, उसको जेल जाना पड़ता है। ये पहले से होता आया है, ये बिरसा मुंडा से होता आया है, ये भगत सिंह से होता आया है, ये करतार सिंह सराभा से होता आया है, ये उधम सिंह से होता आया है, ये लाला लाजपत राय से होता आया है, ये चंद्रशेखर आजाद से होता आया है, पहले से होता है। लेकिन जब लोग खड़े हो जाते हैं तो बड़े बड़े लाम लश्कर ढेर हो जाते हैं, ढेर हो जाते हैं। जब पब्लिक खड़ी हो जाती है, ये पब्लिक है, सब जानती है। लोग जब चाहें आदमी अर्श पर, लोग जब चाहें आदमी अर्श पर, लोग जब चाहें आदमी फर्श पर। बहुत बड़े बड़े उतार लेते हैं लोग। चेतर भाई बसावा क्या लड़ाई लड़ रहे थे? सुबह 4 बजे आके कपास की फसल बर्बाद कर दी किसान की, आदिवासी किसान की। जमीन हमारी है जी। उन्होंने कहा नहीं, चलो पैसे दो इसके। कैसे जमीन हम तुम्हारी है? अरे 3 जा हैं, मैंने पैसा कानून पढ़ा, 3 जा हैं, जा इंग्लिश में कह लो जे, जो आपके हैं, जल, जंगल, जमीन। और उनमें से जमीन छीनने आए थे। तो चेतर भाई आगे खड़े हो गए, भाई ऐसा तो नहीं होगा, उठा के जेल में फेंक दिया। कहते जी ये तो लड़ाई लड़ रहे हैं आम बंदों की, जेल में फेंक दो। दिल्ली में क्या हुआ? अरविंद केजरीवाल के सिपाही, अरविंद केजरीवाल जी के वफादार सिपाही स्कूल बनाने लग गए। बड़े शानदार स्कूल बना दिए अरविंद केजरीवाल की सरकार ने दिल्ली में। तो किसी ने जाके बड़े साहब को कहा, मोदी जी को, कि जी स्कूल बहुत अच्छे बन रहे हैं, दिल्ली में तो प्राइवेट स्कूलों से निकाल के बच्चे
सरकारी स्कूल में दाखिल हो रहे हैं। जो हमने प्राइवेट स्कूलों वाले से ये पैसे वैसे कमीशन लिया था वो रो रहे हैं जी, ये सरकारी स्कूल बनने नहीं चाहिए, ऐसे अच्छे इतने शानदार। तो साहब ने पूछा कौन बना रहा है? जी मनीष सिसोदिया नाम का एक शख्स है, जेल में डाल दो। मनीष सिसोदिया को जेल में डाल दिया भाई साहब। फिर 15-20 दिन बाद कोई बंदा आया चौथी पास राजा के पास कि जी ਹਸਪਤਾਲ ਬਹੁਤ ਅੱਛੇ ਸ਼ਾਨਦਾਰ ਕਰ ਦਿਆ। ਜਿਸ ਹਿਸਾਬ ਦੇ ਨਾਲ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਵਿੱਚ ਗੱਜੇ ਨੇ ਜਾ ਕੇ ਉੱਥੇ ਜਾ ਕੇ ਉਹਨਾਂ ਨੇ ਕਹਿ ਸਕਦੇ ਲੋਕ ਸਭਾ ਦੀ ਚੋਣ ਦਾ ਬਿਗਲ ਵਜਾ ਦਿੱਤਾ। ਹਾਲਾਂਕਿ ਅਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰ ਆਮ ਆਦਮੀ ਪਾਰਟੀ ਨੇ ਚੇਤਰਪਾਈ ਦਾਮਜੀ ਭਾਈ ਵਸਾਵਾ ਨੂੰ ਉੱਥੋਂ ਉਮੀਦਵਾਰ ਐਲਾਨ ਦਿੱਤਾ। ਉਹ ਜੇਲ੍ਹ ਦੇ ਵਿੱਚ ਨੇ, ਕਈ ਕਾਰਨ ਸੀਗੇ, ਬਹੁਤ ਸਾਰੇ ਦੋਸ਼ ਵੀ ਲੱਗੇ, ਪਰ ਜਿਸ ਹਿਸਾਬ ਦੇ ਨਾਲ ਇਹ ਕਿਹਾ ਗਿਆ ਕਿ ਇਸ ਵੇਲੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਜੇਲ੍ਹ ਦੇ ਵਿੱਚੋਂ ਜਿੱਤ ਕੇ ਦਿਖਾਵਾਂਗੇ, ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਭਗਵੰਤ ਮਾਨ ਸਾਹਿਬ ਨੇ ਉੱਥੇ ਜਾ ਕੇ ਜਿਸ ਹਿਸਾਬ ਦੇ ਨਾਲ ਪ੍ਰਚਾਰ ਤੇਜ਼ ਕਰ ਦਿੱਤਾ। ਲੱਗਦਾ ਪਿਆ 2024 ਦੀਆਂ ਚੋਣਾਂ ਤੋਂ ਪਹਿਲਾਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਵੀ ਜਲਦੀ ਉਮੀਦਵਾਰ ਦਾ ਐਲਾਨ ਕਰ ਸਕਦੀਆਂ ਨੇ, ਪਰ ਆਮ ਆਦਮੀ ਪਾਰਟੀ ਨੇ ਉੱਥੋਂ ਉਮੀਦਵਾਰ ਦਾ ਐਲਾਨ ਕਰਕੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਸ ਕਰਕੇ ਹਮਾਇਤੀ ਵੋਟ ਵੀ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜੇਲ੍ਹ ਦੇ ਵਿੱਚ ਇਸ ਹਿਸਾਬ ਦੇ ਨਾਲ ਉਹ ਬੰਦ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਖੜ ਜਾਣ। ਬਾਕੀ ਆਉਣ ਵਾਲੇ ਸਮੇਂ ਦੇ ਦੌਰਾਨ ਕਿੱਧਰ ਨੂੰ ਹਾਲਾਤ ਜਾਂਦੇ ਆ ਇਹਦਾ ਇੰਤਜ਼ਾਰ ਰਹੇਗਾ। ਨਾਲ ਦੀ ਨਾਲ ਪ੍ਰਚਾਰ ਦੀ ਗੱਲ ਚੱਲਦੀ ਪਈ ਹੈ ਤੇ ਭਾਜਪਾ ਪਾਰਟੀ ਨੇ ਵੀ ਪ੍ਰਚਾਰ ਨੂੰ ਤੇਜ਼ ਕੀਤਾ। ਜੇਪੀ ਨੱਡਾ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਇੱਕ ਜਿਹੜਾ ਮਾਸਟਰ ਪਲਾਨ ਤਿਆਰ ਕੀਤਾ, ਉਹਦੇ ਤਹਿਤ ਹੁਣ ਆਉਂਦੇ ਦਿਨਾਂ ਨੂੰ ਪ੍ਰਚਾਰ ਸ਼ੁਰੂ ਹੋ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਵੱਡੇ ਲੀਡਰ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ। ਉਹਨਾਂ ਨੇ ਬਹੁਤ ਸਾਰੇ ਕਹਿ ਸਕਦੇ ਹਾਂ ਕਿ ਛੋਟੇ-ਛੋਟੇ ਸਰਕਲ ਬਣਾ ਲਏ ਨੇ। ਹੁਣ ਉਹਦੇ ਵਿੱਚ ਝੁੰਡ ਕਲਸਟਰ ਕਹਿ ਸਕਦੇ ਹਾਂ, ਉਹਦੇ ਵਿੱਚ ਉਹਨਾਂ ਨੇ 3-3 ਲੀਡਰਾਂ ਨੂੰ ਜੋੜ ਦਿੱਤਾ। ਹੁਣ ਉਹ ਲੀਡਰ ਜਿਹੜੇ ਅੱਗੇ ਵੱਲ ਵਧਣਗੇ, ਇਕੱਠ ਉਹਨਾਂ ਦਾ 3 ਜਾਂ 4 ਲੀਡਰ ਵਿੱਚ ਹੋਣਗੇ, ਡੋਰ ਟੂ ਡੋਰ ਜਾ ਕੇ ਪ੍ਰਚਾਰ ਵੀ ਕਰ ਸਕਦੇ ਆ। ਉਹਨਾਂ ਨੇ ਮੁੱਖ ਟੀਚਾ ਕਿਹੜਾ ਰੱਖਿਆ ਜਿਹੜਾ ਲੋਕਾਂ ਤੱਕ ਜਾਣਾ ਚਾਹੀਦਾ? ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤੀਆਂ ਗਰੰਟੀਆਂ ਤੇ ਉਹ ਗਰੰਟੀਆਂ ਲੋਕਾਂ ਦੀ ਜ਼ੁਬਾਨ ਤੇ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਘਰ ਘਰ ਜਾ ਕੇ ਪ੍ਰਚਾਰ ਕਰਨਾ ਪੈਣਾ ਤੇ ਹੁਣ ਵੱਖ-ਵੱਖ ਥਾਵਾਂ ਤੇ ਭਾਰਤ ਸੰਕਲਪ ਯਾਤਰਾ ਵੀ ਕੱਢੀ ਜਾ ਰਹੀ ਹੈ। ਉਸ ਯਾਤਰਾ ਦੇ ਤਹਿਤ ਵੀ ਭਾਜਪਾ ਪਾਰਟੀ ਆਪਣੀਆਂ ਨੀਤੀਆਂ ਲੋਕਾਂ ਤੱਕ ਪਹੁੰਚਾ ਰਹੀ ਹੈ। ਸੋ ਜਿਸ ਹਿਸਾਬ ਦੇ ਨਾਲ ਪ੍ਰਚਾਰ ਇੱਕ ਪਾਸੇ ਗੁਜਰਾਤ ਤੋਂ ਸ਼ੁਰੂ ਹੋ ਗਿਆ, ਇੱਕ ਪਾਸੇ ਚੰਡੀਗੜ੍ਹ ਆ ਕੇ ਵੀ ਪ੍ਰਚਾਰ ਕਰ ਦਿੱਤਾ ਭਾਜਪਾ ਨੇ। ਇਹ ਲੱਗਦਾ ਪਿਆ 2024 ਲਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਕਰ ਲਈਆਂ ਨੇ। ਤੇ ਰਹੀ ਗੱਲ ਕਾਂਗਰਸ ਦੀ, ਕਾਂਗਰਸ ਹਾਈਕਮਾਨ ਦੀ ਵੀ ਅੱਜ ਮੀਟਿੰਗ ਚੱਲਦੀ ਪਈ ਹੈ। ਉਸ ਮੀਟਿੰਗ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਸਮਝੌਤਾ ਹੋਣ ਦੀ ਕੋਈ ਨਾ ਕੋਈ ਸੰਭਾਵਨਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਦਿੱਲੀ ਤੇ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ਤੇ ਸਮਝੌਤਾ ਕਰ ਲਓ। ਹੁੰਦਾ ਕਿ ਨਹੀਂ ਇਹ ਨਹੀਂ ਪਤਾ, ਕੁਝ ਸਮੇਂ ਬਾਅਦ ਸਥਿਤੀ ਸਪਸ਼ਟ ਹੋ ਜਾਣੀ ਹੈ। ਜ਼ਿਕਰ ਜ਼ਰੂਰ ਕਰਾਂਗੇ, ਕੱਲ ਚਰਚਾ ਕਰਾਂਗੇ ਇਸ ਤੇ ਵੀ, ਪਰ ਇੰਨਾ ਜ਼ਰੂਰ ਹੈ ਕਿ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਲੀਡਰ ਕਾਂਗਰਸ ਦੇ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਇਹ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਕਿ ਅਸੀਂ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਨਾਲ ਚੱਲਣਾ। ਗੱਠਜੋੜ ਕਰਨ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਜੇਕਰ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਵੱਲ ਦੇਖੀਏ। ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਇਕੱਲੇ ਉਹ ਲੀਡਰ ਨੇ ਜਿਹੜੇ ਕਹਿੰਦੇ ਸਮਝੌਤਾ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦਾ। ਸੋ ਹੁੰਦਾ ਕਿ ਨਹੀਂ ਪੰਜਾਬ 'ਚ ਦੇਖਣ ਵਾਲੀ ਗੱਲ ਹੈ, ਪਰ ਬਾਕੀ ਪਾਸੇ ਸਮਝੌਤਾ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਦਿੱਲੀ ਵਿੱਚ ਹੁੰਦਾ ਕਿ ਨਹੀਂ ਇਹ ਵੀ ਨਹੀਂ ਕਿਹਾ ਜਾ ਸਕਦਾ, ਪਰ ਹਾਈਕਮਾਨ ਨੇ ਫੈਸਲਾ ਤੈਅ ਕਰਨਾ। ਇਹ ਵੀ ਹੋ ਸਕਦਾ ਹੈ ਕਿ ਪੰਜਾਬ 'ਚ ਹਾਈਕਮਾਨ ਕਹਿ ਦੇਵੇ ਕੋਈ ਨਹੀਂ ਜੀ ਤੁਸੀਂ ਆਪਣੇ ਹਫ਼ਤੇ ਚੋਣਾਂ ਲੜੋ ਫਿਰ ਦੇਖਾਂਗੇ। ਇਹ ਵੀ ਹੋ ਸਕਦਾ ਹੈ ਇੰਤਜ਼ਾਰ ਕਰਨ ਨੂੰ ਕਹਿ ਦਿੱਤਾ ਜਾਵੇ, ਪਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਬਿਲਕੁਲ ਵੀ ਮੰਨਣ ਨੂੰ ਅਜੇ ਤੱਕ ਤਿਆਰ ਨਹੀਂ। ਸੋ ਮੰਨਦੀ ਹੈ ਕਿ ਨਹੀਂ ਦੇਖਦੇ ਹਾਂ, ਆਉਣ ਵਾਲਾ ਸਮਾਂ ਦੱਸੇਗਾ। ਜੇਕਰ ਰਾਜਨੀਤੀ ਦੀ ਗੱਲ ਕਰਦੇ ਪਏ ਹਾਂ, ਪ੍ਰਚਾਰ ਦੀ ਗੱਲ ਕਰਦੇ ਪਏ ਰਾਜਨੀਤਿਕ ਪਾਰਟੀਆਂ ਦੀ, ਤਾਂ ਉੱਥੇ ਹੀ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਗੱਲ ਵੀ ਕਰਨੀ ਹੈ ਕਿਉਂਕਿ ਇਸ ਵੇਲੇ ਪਾਰਟੀਆਂ ਵਪਾਰਕ ਘਰਾਣੇ ਬਣ ਗਈਆਂ ਨੇ। ਇਸ ਵੇਲੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਣ ਦੀ ਬਜਾਏ ਰਾਜਨੀਤਿਕ ਪਾਰਟੀਆਂ ਨੂੰ ਜਿਹੜਾ ਚੰਦਾ ਆ ਰਿਹਾ ਹੈ, ਕੋਈ ਕਹਿੰਦਾ ਵੋਟਾਂ 'ਚ ਇਸਤੇਮਾਲ ਹੋਣਾ, ਕੋਈ ਕਹਿੰਦਾ ਚੋਣਾਂ ਦੇ ਵੇਲੇ ਦੇਖਦੇ ਹਾਂ ਜੀ ਕਿੱਧਰ ਨੂੰ ਗੱਲ ਜਾਂਦੀ ਹੈ। ਪਰ ਇੰਨਾ ਜ਼ਰੂਰ ਹੈ ਪੈਸਾ ਤਾਂ ਰਾਜਨੀਤਿਕ ਪਾਰਟੀਆਂ ਨੂੰ ਜ਼ਰੂਰ ਆ ਰਿਹਾ ਹੈ। ਕੁਝ ਅੰਕੜੇ ਅੱਜ ਸਾਹਮਣੇ ਆਏ ਨੇ ਜਿਹੜੇ ਹੈਰਾਨ ਕਰਨ ਵਾਲੇ ਨੇ। ਲੋਕਾਂ ਦੇ ਮੁੱਦਿਆਂ ਤੇ ਗੱਲ ਬਿਲਕੁਲ ਨਹੀਂ ਹੋ ਰਹੀ। ਨੌਕਰੀ ਦੇਣੀ ਹੈ ਕਿ ਨਹੀਂ ਦੇਣੀ, ਪੰਜਾਬ ਦੇ ਵਿੱਚ, ਭਾਰਤ ਵਿੱਚ, ਯੂਪੀ, ਬਿਹਾਰ, ਰਾਜਸਥਾਨ, ਝਾਰਖੰਡ ਕਿੱਥੇ ਕਿੰਨੀਆਂ ਨੌਕਰੀਆਂ ਦੇਣੀਆਂ ਕਦੀ ਤੈਅ ਨਹੀਂ ਕੀਤਾ ਗਿਆ। ਸਰਕਾਰ ਦੇ ਵੱਡੇ ਵੱਡੇ ਮੰਤਰਾਲਿਆਂ ਦੇ ਵਿੱਚ ਇਸ ਵੇਲੇ ਸੀਟਾਂ ਖਾਲੀ ਨੇ, CBI ਤੋਂ ਲੈ ਕੇ ਰੇਲ ਮੰਤਰਾਲੇ ਤੱਕ, ਹੋਰ ਵੀ ਬਹੁਤ ਸਾਰੇ, ED ਦੇ ਵੀ ਕਈ ਖਾਲੀ ਪਏ ਆ। ਬਹੁਤ ਸਾਰੀਆਂ ਸੀਟਾਂ ਖਾਲੀ ਨੇ, ਭਰੀਆਂ ਨਹੀਂ ਜਾ ਰਹੀਆਂ। ਆਮ ਲੋਕ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਵੇਲੇ ਦੱਸਿਆ ਜਾ ਰਿਹਾ ਕਿ 15 ਤੋਂ 20% ਸੀਟਾਂ ਖਾਲੀ ਨੇ। ਜੇਕਰ ਸੱਚ ਹੈ ਤਾਂ ਕਿਉਂ ਨਹੀਂ ਭਰਦੇ ਪਏ? ਰੌਲਾ ਤਾਂ ਇਹ ਵੀ ਹੈ ਕਿ ਇੱਕ ਪਾਸੇ ਦੇਸ਼ ਦੀ ਅਰਥ ਵਿਵਸਥਾ ਉੱਪਰ ਵੱਲ ਜਾ ਰਹੀ ਹੈ। ਕਹਿੰਦੇ ਪਏ ਕਿ ਡਬਲ ਇੰਜਨ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ। ਅਰਥ ਵਿਵਸਥਾ 5 ਟ੍ਰਿਲੀਅਨ ਦੀ ਹੋਣੀ ਚੰਗੀ ਗੱਲ ਹੈ। ਹਰ ਇੱਕ ਦੇਸ਼ ਦੀ ਅਰਥ ਵਿਵਸਥਾ ਅੱਗੇ ਵੱਲ ਵਧਣੀ ਚਾਹੀਦੀ ਆ, ਫਿਰ ਹੀ ਜਿਹੜਾ ਗਰੀਬੀ ਤੇ ਅਮੀਰੀ ਦਾ ਪਾੜਾ ਉਹ ਘਟ ਸਕਦਾ। ਪਰ ਸਾਡੇ ਤੋਂ ਉਲਟੀ ਹੋ ਰਿਹਾ ਹੈ। ਸਾਡੇ ਮੁਲਕ ਦੇ ਵਿੱਚ
ਅਮੀਰਾਂ ਦੇ ਕੋਲ ਜਿੰਨੀ ਪ੍ਰਾਪਰਟੀ ਹੈ 40% ਲੋਕ ਬਣਦੇ ਨੇ, 1% ਲੋਕਾਂ ਦੇ ਕੋਲ 40% ਦਾ ਹਿੱਸਾ। ਹੁਣ ਆਪਣੇ ਆਪ 'ਚ ਵੱਡੀ ਗੱਲ ਹੈ। ਜਦੋਂ ਅੰਕੜੇ ਸਾਹਮਣੇ ਆਉਂਦੇ ਆ 15 ਮਈ 2023 ਦੀ ਪ੍ਰਕਾਸ਼ਨਾਂ ਦੇ ਅਨੁਸਾਰ ਭਾਰਤ ਵਿੱਚ 6 ਰਾਸ਼ਟਰੀ ਪਾਰਟੀਆਂ, 55 ਖੇਤਰੀ ਪਾਰਟੀਆਂ, 2597 ਗੈਰ ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ, ਜਿਨ੍ਹਾਂ ਨੂੰ ਚੋਣ ਕਮਿਸ਼ਨ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਚਿੰਨ੍ਹ ਜਿਹੜਾ ਪਾਰਟੀ ਦਾ ਉਹ ਅਲਾਟ ਕਰਦਾ ਹੈ ਅਤੇ ਉਹ ਪਾਰਟੀ ਲਈ ਰਾਖਵਾਂ ਵੀ ਹੁੰਦਾ ਹੈ। ਪਰ ਦੂਸਰੇ ਪਾਸੇ ਜੋ ਚੰਦੇ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਮਿਲਦਾ ਜਾ ਰਿਹਾ, ਵੱਧਦਾ ਜਾ ਰਿਹਾ। ਜਦੋਂ ਪੁੱਛਦੇ ਆ ਉਹਦਾ ਜਵਾਬ ਵੀ ਨਹੀਂ ਆਉਂਦਾ। ਕਮਾਲ ਦੀ ਗੱਲ ਇਹ ਸੀ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ADR ਇਹਦੇ ਦੁਆਰਾ ਕਰਵਾਏ ਗਏ ਇੱਕ ਵਿਆਪਕ ਅਧਿਐਨ ਦੇ ਅਨੁਸਾਰ ਸਾਲ 2004 ਤੋਂ ਲੈ ਕੇ 2014-15 ਦੇ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ 69% ਮਿਲੇ ਜਿਹੜੇ ਚੰਦਾ ਸੀਗਾ, ਉਹਦਾ ਪਤਾ ਹੀ ਨਹੀਂ ਸੀ ਸਰੋਤ ਕਿੱਥੋਂ ਆਇਆ, ਵਿੱਤੀ ਸਰੋਤ ਨਹੀਂ ਕੋਈ ਪਤਾ। 2005 ਤੋਂ ਲੈ ਕੇ 2014 ਤੱਕ 4-5 ਲੈ ਲਈਏ ਚਾਹੇ, ਪਰ ਉਸ ਤੋਂ ਬਾਅਦ 19 ਤੱਕ ਵੀ ਜਿਹੜਾ ਹੈ ਸਰੋਤ ਤਾਂ ਉਹ ਵੀ ਨਹੀਂ ਪਤਾ ਸੀ ਨਾ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਪੈਸੇ ਆਉਂਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇਕਰ ਚੰਦੇ ਦੀ ਗੱਲ ਕਰੀਏ ਤਾਂ ਭਾਜਪਾ ਨੂੰ 5271 ਕਰੋੜ ਰੁਪਏ, ਕਾਂਗਰਸ ਨੂੰ 952 ਕਰੋੜ, ਆਮ ਆਦਮੀ ਪਾਰਟੀ 48 ਕਰੋੜ, ਤ੍ਰਿਣਮੂਲ ਕਾਂਗਰਸ ਕਿਹਾ ਜਾ ਰਿਹਾ ਹੈ ਕਿ 67 ਕਰੋੜ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ 7 ਕਰੋੜ। ਇਸੇ ਤਰ੍ਹਾਂ ਹੋਰ ਰਾਜਨੀਤਿਕ ਪਾਰਟੀਆਂ ਨੂੰ ਵੀ ਗੁਪਤ ਫੰਡ ਬੌਂਡ ਦੇ ਰੂਪ ਦੇ ਵਿੱਚ ਮਿਲੇ ਹੋ ਸਕਦੇ ਨੇ। ਤੇ ਇਸੇ ਤਰ੍ਹਾਂ ਨਵੰਬਰ 2023 ਤੱਕ 29 ਗੇੜਾਂ ਦੌਰਾਨ 15,965 ਕਰੋੜ ਰੁਪਏ ਦੇ ਪਾਰਟੀਆਂ ਨੂੰ ਮਿਲੇ ਚੋਣ ਬੌਂਡਾਂ ਦੇ ਵਿੱਚੋਂ 95% ਬੌਂਡ 1 ਕਰੋੜ ਰਾਸ਼ੀ ਵਾਲੇ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਤਾਂ ਆਉਂਦਾ, ਕੀ ਪੈਸੇ ਇੰਨੇ ਲੋਕਾਂ ਦੇ ਉੱਪਰ ਲੱਗਦੇ ਆ, ਕੀ ਇਹ ਸਾਰੇ ਪੈਸੇ ਲੋਕਾਂ ਦੇ ਸੁਧਾਰ ਤੇ ਖਰਚੇ ਜਾਂਦੇ ਨੇ? ਸਾਡੇ ਤਾਂ ਇੱਥੇ ਕੁਝ ਕੁ ਸਿਆਸਤਦਾਨ ਇਸੇ ਗੱਲ ਦੀ ਦੁਹਾਈ ਪਾ ਰਹੇ ਹੈ ਕਿ ਸਾਨੂੰ ਫੰਡ ਹੀ ਰੋਕ ਦਿੱਤੇ ਗਏ ਹੈ ਤੇ ਸਾਡਾ ਰੂਰਲ ਡਿਵੈਲਪਮੈਂਟ ਹੋ ਹੀ ਨਹੀਂ ਰਿਹਾ। ਪੰਜਾਬ ਦੇ ਵਿੱਚ ਵੀ ਹੈ, ਇਹ ਪੰਜਾਬ 'ਚ ਨਹੀਂ, ਪੱਛਮੀ ਬੰਗਾਲ ਦੇ ਵਿੱਚ ਵੀ ਕਈ ਤਰ੍ਹਾਂ ਦੇ ਫੰਡ ਰੋਕੇ ਗਏ ਕਹਿੰਦੇ। ਰਾਜਸਥਾਨ 'ਚ ਵੀ ਖਬਰ ਆਈ ਸੀ, ਪਰ ਕਈ ਸੂਬਿਆਂ ਨੂੰ ਫੰਡ ਜਾ ਵੀ ਰਹੇ ਆ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਕਈ ਸੂਬੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਫੰਡ ਦੀ ਇੰਨੀ ਜ਼ਰੂਰਤ ਨਹੀਂ, ਪਰ ਉਹਨਾਂ ਨੂੰ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਆ। ਇਹਦਾ ਕਾਰਨ ਕੀ ਹੈ ਕਿ ਲੋਕਾਂ ਨੂੰ ਸਿਰਫ ਆਪਣੇ ਵੱਲ ਖਿੱਚਣਾ, ਕੀ ਪ੍ਰੋਜੈਕਟਾਂ ਦਾ ਨਵੇਂ-ਨਵੇਂ ਐਲਾਨ ਕਰਕੇ ਤੇ ਲੋਕਾਂ ਦੇ ਵਿੱਚ ਇਹ ਦਿਖਾਉਣਾ ਅਸੀਂ ਕੰਮ ਕਰ ਰਹੇ ਹਾਂ। ਸਮੇਂ ਦੀਆਂ ਸਰਕਾਰਾਂ ਦੇ ਕੰਮ ਹੀ ਹੁੰਦੇ ਆ ਕਿ ਉਹਨਾਂ ਨੇ ਕੰਮ ਕਰਨੇ, ਚਾਹੇ ਬ੍ਰਿਜ ਬਣਾਉਣੇ ਹੋਣ, ਚਾਹੇ ਸੜਕਾਂ ਬਣਾਉਣੀਆਂ ਹੋਣ, ਚਾਹੇ ਨਾਲੀਆਂ ਬਣਾਉਣੀਆਂ ਹੋਣ। ਇਹ ਤਾਂ ਆਮ ਲੋਕਾਂ ਲਈ ਕਹੇ ਜਾਣ ਵਾਲੇ ਸ਼ਬਦ ਨੇ, ਪਰ ਸਰਕਾਰ ਦਾ ਮੁੱਖ ਕੰਮ ਹੈ ਇਹ ਜਿਹੜਾ ਕਰਨਾ ਹੀ ਕਰਨਾ। ਪਰ ਰਾਜਨੀਤਿਕ ਪਾਰਟੀਆਂ ਇਸ ਵੇਲੇ ਪਾਰਟੀਆਂ ਨਹੀਂ, ਵਪਾਰਕ ਘਰਾਣੇ ਕਹਿੰਦੇ ਬਣ ਕੇ ਰਹਿ ਗਈਆਂ ਨੇ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉੱਪਰ ਹਮੇਸ਼ਾ ਹੀ ਇਹ ਦੋਸ਼ ਲੱਗਾ ਕਿ ਇਹਨਾਂ ਦੇ ਸਿਆਸਤਦਾਨ ਹੋਰ ਅਮੀਰ ਹੁੰਦੇ ਜਾ ਰਹੇ ਨੇ। ਗੱਲ ਤੇ ਇਹਦੇ ਵਿੱਚ ਕੋਈ ਗਲਤ ਨਹੀਂ ਗੀ। ਭਾਰਤ ਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਇਸ ਤਰ੍ਹਾਂ ਦੇ ਹੈ ਜਿਹੜੇ ਕਰੋੜ ਨਹੀਂ ਅਰਬਾਂਪਤੀ ਹੈ, ਗਿਣਤੀ ਉਹਨਾਂ ਦੀ ਵੀ ਵੱਧਦੀ ਜਾ ਰਹੀ ਹੈ। 5 ਸਾਲਾਂ ਵਿੱਚ ਪਤਾ ਨਹੀਂ ਕਿਹੜੀ ਇੱਦਾਂ ਦੀ ਮਸ਼ੀਨ ਆ ਜਾਂਦੀ ਹੈ ਜਿਹੜੇ ਕਰਕੇ ਇਹਨਾਂ ਦੀ ਆਮਦਨ ਦੁੱਗਣੀ ਹੋ ਜਾਂਦੀ ਹੈ ਤੇ ਰਿਕਸ਼ਾ ਚਲਾਉਣ ਵਾਲਾ ਉਹਦੀ ਆਮਦਨ ਉਹ ਨਹੀਂ ਰਹਿੰਦੀ ਹੈ। ਪੜ੍ਹਾਉਣ ਵਾਲੇ ਉੱਥੇ ਤੱਕ ਹੀ ਸੀਮਤ ਰਹਿੰਦੇ ਨੇ। ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ 5 ਤੋਂ 7,000 ਕਰ ਦਿੰਦੇ ਆ, 8 ਕਰ ਦਿੰਦੇ ਆ। ਫੈਕਟਰੀਆਂ ਦੇ ਵਿੱਚ ਅਜੇ ਵੀ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ 5 ਤੋਂ ਲੈ ਕੇ 7,000 ਰੁਪਏ ਤੱਕ ਫੈਕਟਰੀਆਂ 'ਚ ਕੰਮ ਕਰਦੇ, ਭਾਵੇਂ ਕੋਈ ਮੰਨਣ ਨੂੰ ਤਿਆਰ ਹੈ ਚਾਹੇ ਨਹੀਂ। ਜਲੰਧਰ ਦੇ ਵਿੱਚ ਹੀ ਬਹੁਤ ਸਾਰੀਆਂ ਔਰਤਾਂ ਫੈਕਟਰੀ ਵਿੱਚ ਜਾਂਦੀਆਂ। ਮੈਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਗੱਲ ਨਹੀਂ ਕਰਨੀ, ਜਲੰਧਰ ਦੇ ਵਿੱਚ ਹੀ ਅੱਧੇ ਤੋਂ ਵੱਧ ਉਹ ਜਿਹੜੇ 7,000 ਰੁਪਈਆ ਮਿਲਦਾ, ਕਈਆਂ ਨੂੰ 8,000 ਮਿਲਦਾ, ਕਈਆਂ ਨੂੰ 5500 ਮਿਲਦਾ। ਪੰਜਾਬ ਦੇ ਵਿੱਚ ਹੀ ਕਈ ਨਿੱਜੀ ਸਕੂਲ ਨੇ ਜਿਹੜੇ 2500 ਤੋਂ ਲੈ ਕੇ 3,000 ਰੁਪਈਆ ਵੀ ਦਿੰਦੇ ਆ, ਕੋਈ 5,000 ਰੁਪਈਆ ਵੀ ਦਿੰਦਾ, ਕੋਈ 7-8 ਵੀ ਦਿੰਦਾ। ਪਰ ਕੀ ਇਹ ਸਾਰਾ ਲੇਬਰ ਲਾਅ ਐਕਟ ਦੇ ਤਹਿਤ ਕੀਤਾ ਜਾ ਰਿਹਾ? ਸਾਰਾ ਕੁਝ ਨਹੀਂ ਮਿਲਦਾ, ਉਹਨਾਂ ਨਹੀਂ ਮਿਲਦਾ। ਉਹਨਾਂ ਨੂੰ ਪਤਾ ਹੈ ਕਿਸੇ ਨੇ ਬੋਲਣਾ ਨਹੀਂਗਾ, ਉਹਨਾਂ ਨੂੰ ਪਤਾ ਲੋਕ ਆਪਣੇ ਅਧਿਕਾਰਾਂ ਤੋਂ ਜਾਗਰੂਕ ਨਹੀਂ ਗੇ, ਵਾਂਝੇ ਆ, ਇਸ ਕਰਕੇ ਉਹਨਾਂ ਨਾਲ ਧੱਕਾ ਹੁੰਦਾ। ਪਰ ਜੇਕਰ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਬਹੁਤ ਸਾਰੇ ਸਿਆਸਤਦਾਨ ਉਹ ਨੇ ਜਿਹੜੇ ਅਮੀਰ ਹੁੰਦੇ ਜਾ ਰਹੇ ਨੇ, ਹਾਲਾਂਕਿ ਉਹਨਾਂ ਦੇ ਉੱਪਰ ਮਾਮਲੇ ਵੀ ਦਰਜ ਹੈ। ਕਮਾਲ ਦੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ 2004 ਵਾਲੀ ਲੋਕ ਸਭਾ ਵਿੱਚ 23%, 2009 ਦੇ ਵਿੱਚ 28%, 2014 'ਚ 34% ਤੇ 2019 ਦੇ ਵਿੱਚ 43% ਪਾਰਲੀਮੈਂਟ ਮੈਂਬਰ ਉਹ ਹੈ ਜਿਨ੍ਹਾਂ ਦੇ ਖਿਲਾਫ ਕੋਈ ਨਾ ਕੋਈ ਕੇਸ ਚੱਲਦਾ ਪਿਆ। ਇਹਨਾਂ ਦੇ ਵਿੱਚੋਂ ਬਲਾਤਕਾਰ ਦੇ ਕੇਸ ਵੀ ਹੈ, ਕਤਲ ਦੇ ਕੇਸ ਵੀ ਹੈ, ਸੰਗੀਨ ਤੇ ਗੰਭੀਰ ਦੋਸ਼ ਵੀ ਲੱਗੇ ਹੋਏ ਨੇ, ਅਜੇ ਤੱਕ ਵੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਨਾ। ਵਿਧਾਨ ਸਭਾਵਾਂ ਦੇ ਕੁੱਲ ਮੌਜੂਦਾ 4,088 ਵਿਧਾਇਕਾਂ ਦੇ ਵਿੱਚੋਂ 1,774 ਉਹ ਨੇ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਅਪਰਾਧਿਕ ਮਾਮਲਾ ਦਰਜ ਹੈ। ਤਰਾਸਦੀ ਨਹੀਂ ਤਾਂ ਹੋਰ ਕੀ ਹੈ। ਚਲੋ ਲੀਡਰ ਨੇ, ਲੋਕ ਹੀ ਚੁਣਦੇ ਨੇ, 5 ਸਾਲ ਲਈ ਚੁਣਦੇ ਨੇ, 5 ਸਾਲਾਂ ਬਾਅਦ ਲੀਡਰ ਬਦਲ ਜਾਂਦੇ ਨੇ, ਪਰ ਜਿਸ ਹਿਸਾਬ ਦੇ ਨਾਲ ਇਹ ਧੱਬੇ ਲੱਗਦੇ ਨੇ ਉਹ ਕਦੇ ਵੀ ਨਹੀਂ ਬਦਲਦੇ। ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਫੰਡ ਆ ਰਿਹਾ, ਅਗਲਿਆਂ ਨੂੰ ਆਉਂਦਾ ਪਿਆ, ਉਹ ਵੀ ਕਿੱਦਾਂ ਨਾ ਕਹਿਣ। ਅੱਗੇ ਵਧਦੇ ਹਾਂ, ਗੱਲ ਕਰਨੀ ਹੈ ਚਾਈਨਾ ਡੋਰ ਦੀ। ਮਸਲਾ ਗੰਭੀਰ ਹੈ ਕਿਉਂਕਿ ਇਸ ਵੇਲੇ ਤਿਉਹਾਰਾਂ ਦਾ ਸੀਜ਼ਨ ਚੱਲਦਾ ਪਿਆ, ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ, ਲੋਹੜੀ ਦਾ ਤਿਉਹਾਰ ਆਉਣਾ ਹੈ।
ਕਿਤੇ ਬਸੰਤ ਪੰਚਮੀ ਤੇ ਪਤੰਗ ਚੜਾਏ ਜਾਂਦੇ ਨੇ, ਕਿਤੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਬਸੰਤ ਪੰਚਮੀ ਦੀ ਤਰ੍ਹਾਂ। ਹੁਣ ਲੋਹੜੀ ਦੇ ਤਿਉਹਾਰ ਤੇ ਵੀ ਖਾਸ ਕਰਕੇ ਅੰਮ੍ਰਿਤਸਰ ਜਾਂ ਫਿਰ ਗੁਰਦਾਸਪੁਰ ਇੱਥੇ ਪਤੰਗਬਾਜ਼ੀ ਬਹੁਤ ਹੁੰਦੀ ਹੈ। ਬਹੁਤ ਸਾਰੇ ਪਤੰਗ ਚੜਾਉਣ ਦੇ ਸ਼ੌਕੀਨ ਖੁੱਲ੍ਹ ਕੇ ਪਤੰਗਬਾਜ਼ੀ ਕਰਦੇ ਆ। ਚਲੋ ਅਸੀਂ ਰੋਕਦੇ ਨਹੀਂ ਕਿਸੇ ਨੂੰ, ਕਰੋ, ਪਰ ਇੱਕ ਅਪੀਲ, ਇੱਕ ਬੇਨਤੀ ਜ਼ਰੂਰ ਹੈ ਕਿ ਜਿਹੜੀ ਚਾਈਨਾ ਡੋਰ ਕਿਹਾ ਜਾਂਦਾ ਹੈ, ਪਲਾਸਟਿਕ ਦੀ ਡੋਰ, ਖਾਸ ਕਰਕੇ ਨਾਮ ਚਾਈਨਾ ਡੋਰ ਦਿੱਤਾ, ਚਾਈਨਾ ਵਿੱਚ ਨਹੀਂ ਭਾਰਤ ਵਿੱਚ ਵੀ ਕਈ ਥਾਵਾਂ ਤੇ ਬਣਦੀ ਹੈ, ਉਹਨੂੰ ਹਰ ਸਾਲ ਜਦੋਂ ਤਿਉਹਾਰ ਆਉਂਦਾ, ਜਦੋਂ ਪਤੰਗਬਾਜ਼ੀ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਲੋਕਾਂ ਦੇ ਗਲੇ ਤੇ ਫਿਰ ਜਾਂਦੀ, ਕਿਸੇ ਦੀ ਅੱਖ 'ਚ ਫਿਰਦੀ। ਅਸੀਂ ਪਿਛਲੇ ਸਾਲਾਂ ਦੇ ਦੌਰਾਨ ਵੀ ਦੇਖਿਆ ਕਿਸੇ ਦੇ 26 ਟੰਕੇ ਮੂੰਹ ਤੇ ਲੱਗੇ, ਕਿਸੇ ਦਾ ਗਲਾ ਵੱਢ ਹੋ ਗਿਆ, ਕਿਸੇ ਦੀ ਮੌਤ ਹੋਈ ਹੈ, ਪਤਾ ਨਹੀਂ ਹਜ਼ਾਰਾਂ ਪੰਛੀ ਜ਼ਖਮੀ ਹੋ ਜਾਂਦੇ ਨੇ। ਤੇ ਸਾਡੇ ਹਰ ਸਾਲ ਖਬਰ ਆਉਂਦੀ ਹੈ ਕਿ ਅਸੀਂ ਸਖਤ ਕਾਰਵਾਈ ਕਰਾਂਗੇ, ਚਾਈਨਾ ਡੋਰ ਤੇ ਐਨ ਪਾਬੰਦੀ ਹੈ। ਪਿਛਲੇ ਸਾਲ ਅੰਮ੍ਰਿਤਸਰ ਦੇ ਵਿੱਚ ਜਦੋਂ ਪਤੰਗਬਾਜ਼ੀ ਹੋ ਰਹੀ ਸੀ ਤੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਪੱਤਰਕਾਰ ਉੱਥੇ ਪਹੁੰਚੇ, ਵੀਡੀਓ ਵੀ ਦਿਖਾਈ ਗਈ। ਲੋਕ ਸ਼ਰੇਆਮ ਕਹਿ ਰਹੇ ਸੀ ਕਿ ਇੱਥੇ ਚਾਈਨਾ ਡੋਰ ਵਿਕਦੀ ਹੈ। ਲੋਕ ਸ਼ਰੇਆਮ ਕਹਿੰਦੇ ਆ ਕਿ ਚਾਈਨਾ ਡੋਰ ਵਿਕਦੀ ਹੈ, ਇਹ ਬੰਦ ਹੋਣੀ ਚਾਹੀਦੀ ਹੈ, ਲੋਕਾਂ ਦੀ ਮੌਤ ਵੀ ਹੁੰਦੀ ਹੈ, ਪਰ ਨਹੀਂ, ਕੋਈ ਰੁਕਦਾ ਨਹੀਂ ਪਿਆ, ਅਜੇ ਤੱਕ ਵੀ ਵਿਕਰੀ ਹੋ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਸ਼ੌਂਕ ਦੇ ਖਾਤਰ ਇਸ ਵੇਲੇ ਪਤੰਗਬਾਜ਼ੀ ਕਰ ਰਹੇ ਨੇ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਅੱਜ 4 ਦਿਨ ਪਹਿਲਾਂ ਇਹ ਖਬਰ ਆਈ ਕਿ ਇੱਕ ਨੌਜਵਾਨ ਦਾ ਗਲਾ ਵੱਢਿਆ ਗਿਆ, ਮੋਟਰਸਾਈਕਲ ਤੇ ਜਾ ਰਹੇ ਸੀ, ਹੈਲਮਟ ਹਾਲਾਂਕਿ ਉਹਨੇ ਪਾਇਆ, ਪਰ ਡੋਰ ਫਸ ਗਈ, ਉਹਦਾ ਗਲਾ ਕੱਟ ਹੋ ਰਿਹਾ। ਅਸੀਂ ਕਿਸ ਚੀਜ਼ ਦੀ ਦੁਹਾਈ ਪਾ ਰਹੇ ਹਾਂ? 15 ਸਾਲਾਂ ਤੋਂ ਘੱਟ 10 ਸਾਲ ਤਾਂ ਮੰਨ ਕੇ ਚੱਲੋ, ਸੁਣਦੇ ਆ ਰਹੇ ਹਾਂ 10-12 ਸਾਲ ਤੋਂ ਕਿ ਚਾਈਨਾ ਡੋਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਅਸੀਂ ਉੱਪਰ ਤੱਕ ਪਹੁੰਚ ਗਏ ਹਾਂ, ਸਪੇਸ ਤੱਕ ਪਹੁੰਚ ਗਏ ਹਾਂ। ਅਸੀਂ ਮੰਗਲ ਗ੍ਰਹਿ ਤੇ ਪਾਣੀ ਲੱਭਣ ਦੀਆਂ ਗੱਲਾਂ ਕਰਦੇ ਹਾਂ। ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਦੀ ਅਰਥ ਵਿਵਸਥਾ 5 ਟ੍ਰਿਲੀਅਨ ਹੋਣੀ ਚਾਹੀਦੀ ਹੈ, ਪਰ ਅਸੀਂ ਇਹ ਗੱਲ ਨਹੀਂ ਕਰਦੇ ਕਿ ਚਾਈਨਾ ਦੇ ਡੋਰ ਤੇ ਪਾਬੰਦੀ ਲੱਗ ਜਾਣੀ ਚਾਹੀਦੀ। ਕੀ ਗੱਲ, ਪੈਸਾ ਕਿਸੇ ਦਾ ਜਿਹੜਾ ਲੱਗਿਆ ਹੋਇਆ ਵਪਾਰੀਆਂ ਦਾ ਉਹ ਰੁਕਦਾ ਪਿਆ। ਜਾਨ ਤੋਂ ਵੱਧ ਕੀਮਤੀ ਤਾਂ ਕੁਛ ਨਹੀਂ ਨਾ, ਜਾਨ ਤੋਂ ਉੱਪਰ ਤਾਂ ਕੁਛ ਨਹੀਂ ਨਾ। ਪਰ ਇਸ ਵੇਲੇ ਚਾਈਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਇਹ ਤੇ ਰੋਕ ਲੱਗਣੀ ਚਾਹੀਦੀ ਹੈ। ਜਿਸ ਹਿਸਾਬ ਦੇ ਨਾਲ ਇਹ ਸਿੰਥੈਟਿਕ ਡੋਰ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ, ਇਹ ਤੇ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ। 2-3 ਥਾਵਾਂ ਤੇ ਕਾਰਵਾਈ ਕਰ ਵੀ ਦਿੰਦੇ ਆ, ਪਰ 2-3 ਥਾਵਾਂ ਤੇ ਕਾਰਵਾਈ ਕਰਕੇ ਸਿਰਫ ਜੇਕਰ ਕਹੀਏ ਕਿ ਅਸੀਂ ਕੰਮ ਖਤਮ ਕਰ ਦਿੱਤਾ, ਤੇ ਉਹ ਅਜੇ ਤੱਕ ਲੱਗਦਾ ਨਹੀਂ ਕਿ ਗੱਲ ਉਧਰ ਨੂੰ ਜਾ ਰਹੀ ਹੈ। ਚਾਈਨਾ ਡੋਰ ਵਿਕ ਰਹੀ ਹੈ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਕ ਰਹੀ ਹੈ। ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਕਈਆਂ ਨੂੰ ਪਤਾ ਕਿੱਥੋਂ ਆਉਂਦੀ ਹੈ। ਕਈ ਬੰਦੇ ਇਸ ਤਰ੍ਹਾਂ ਦੇ ਨੇ ਜਿਹੜੇ ਲੰਬਾ ਸਮਾਂ ਹੋ ਗਿਆ ਉਹ ਇਹਦਾ ਕਾਰੋਬਾਰ ਕਰ ਰਹੇ ਨੇ, ਪਰ ਜੇਕਰ ਕਾਰੋਬਾਰ ਕਰ ਰਹੇ ਨੇ, ਪਤਾ ਵੀ ਕਿੱਥੋਂ ਆ ਰਹੀ ਹੈ, ਬਾਵਜੂਦ ਇਸ ਦੇ ਵੀ ਕਹਿੰਦੇ ਆ ਕੋਈ ਗੱਟੂ ਵਿਕਦਾ ਪਿਆ, ਕੋਈ ਕਹਿੰਦਾ 220 ਰੁਪਏ ਦਾ ਵਿਕੀ ਜਾਂਦਾ, ਕੋਈ 500 ਤੱਕ ਤੋਂ ਲੈ ਕੇ 1000-1500 ਤੱਕ ਵਿਕਦਾ ਪਿਆ, ਕੋਈ 2-2000 ਤੇ ਵੇਚਦਾ ਪਿਆ। ਲੋਕਾਂ ਦੀ ਜਾਨ ਤੋਂ ਵੱਧ ਕੁਛ ਨਹੀਂ ਗਾ। ਠੀਕ ਹੈ, ਪਤੰਗਬਾਜ਼ੀ ਕਰਨੀ ਹੈ, ਤੁਸੀਂ ਧਾਗੇ ਦੀ ਡੋਰ ਪਿਛਲੀ ਵਾਰੀ ਵੀ ਕਿਹਾ ਗਿਆ ਸੀ ਕਿ ਵਰਤ ਲਓ, ਉਹਨਾਂ ਕੋਈ ਨੁਕਸਾਨ ਵੀ ਨਹੀਂ ਗਾ, ਪਰ ਫਿਰ ਵੀ ਇਸ ਵੇਲੇ ਲੋਕ ਮੰਨ ਨਹੀਂ ਰਹੇ। ਜਿਸ ਹਿਸਾਬ ਦੇ ਨਾਲ ਇਹ ਸਾਰੀਆਂ ਖਬਰਾਂ ਆ ਰਹੀਆਂ ਨੇ, ਫਿਰ ਪਛਤਾਉਣ ਤੋਂ ਇਲਾਵਾ ਕੀ ਹੋ ਜਾਂਦਾ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਅਸੀਂ ਤਾਂ ਸੁੱਖ ਮੰਗਦੇ ਕਦੀ ਵੀ ਇੱਦਾਂ ਦੀ ਖਬਰ ਆਵੇ ਨਾ, ਪਰ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਖਬਰਾਂ ਆ ਸਕਦੀਆਂ ਨੇ। ਸਾਰਿਆਂ ਨੂੰ ਬਚਾਅ ਵੀ ਕਰਨਾ ਪੈਣਾ। ਇਹ ਖਤਰਨਾਕ ਡੋਰ ਹੈ, ਟੁੱਟਦੀ ਨਹੀਂ। ਅੱਗੇ ਵੱਲ ਜਦੋਂ ਕੋਈ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਹੋਰ ਵੱਡੀ ਜਿਹੀ ਹੁੰਦੀ ਜਾਂਦੀ ਹੈ, ਕਿਉਂਕਿ ਪਲਾਸਟਿਕ ਹੈ। ਪਿਛਲੇ ਸਮੇਂ ਦੇ ਦੌਰਾਨ ਕਈਆਂ ਨੂੰ ਕਰੰਟ ਵੀ ਇਹਦੇ ਵਿੱਚ ਆਇਆ, ਬੱਚਿਆਂ ਦੀ ਮੌਤ ਵੀ ਹੋਈ ਹੈ। ਉਸ ਵੇਲੇ ਵੀ ਇਹੀ ਗੱਲ ਕਹੀ ਸੀ ਕਿ ਭਾਈ ਇੱਥੇ ਪਾਬੰਦੀ ਲੱਗਣੀ ਚਾਹੀਦੀ ਹੈ, ਪਰ ਅਜੇ ਤੱਕ ਪਾਬੰਦੀ ਲੱਗਦੀ ਨਜ਼ਰ ਨਹੀਂ ਆ ਰਹੀ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਹੋ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜ਼ਰੂਰ ਸਾਂਝੀ ਕਰਿਓ। ਮੈਨੂੰ ਨਵਜੀਤ ਨੂੰ ਇਜਾਜ਼ਤ। ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।